ਇੰਡੀਆ ਦੇ ਵਿੱਚ ਮਾਰਨਿੰਗ ਹੋ ਗਈ ਹੈ। ਗੁੱਡ ਮਾਰਨਿੰਗ। ਬਾਕੀ ਨਿਊਯਾਰਕ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਮਲਜੀਤ ਵੀਰ ਜੀ, ਸਤਿ ਸ਼੍ਰੀ ਅਕਾਲ ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਸਾਰੇ ਠੀਕ ਠਾਕ ਹੋ ਗਏ। ਵਾਹਿਗੁਰੂ ਦੀ ਕਿਰਪਾ ਹੋਵੇ, ਸਾਰਿਆਂ 'ਤੇ ਖੁਸ਼ ਰਹੋ। ਤੇ ਆਪਾਂ ਅੱਜ ਲਾਈਵ ਲੈ ਕੇ ਆਏ ਹਾਂ ਕਿਉਂਕਿ ਪੰਜਾਬ ਦੀ ਜੋ ਵੀ ਅੱਜ ਸਿਚੁਏਸ਼ਨ ਹੈ ਉਸ ਦੇ ਉੱਪਰ, ਤੇ ਜਿਸ ਤਰ੍ਹਾਂ ਵੀ ਇਹ ਅੱਜ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਬੰਦ ਦਾ ਸੱਦਾ ਹੈਗਾ, ਤੇ ਜਗ੍ਹਾ ਜਗ੍ਹਾ ਤੇ ਸਾਡੇ ਵੀਰ ਭੈਣਾਂ ਜਿਹੜੇ ਨੇ ਮਿਲ ਕੇ ਉਹ ਆਪਣਾ ਕਰ ਰਹੇ ਹੈਗੇ ਨੇ ਪ੍ਰਦਰਸ਼ਨ ਤੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ। ਤੇ ਅਸੀਂ ਆਰਡੀਨੈਂਸ ਦਾ ਵਿਰੋਧ ਸਾਰਿਆਂ ਨੇ ਮਿਲ ਜੁਲ ਕੇ ਕਰਨਾ। ਸੋ ਅਸੀਂ ਇੱਥੇ ਨਿਊਯਾਰਕ ਬੈਠੇ ਹਾਂ, ਉੱਥੇ ਤਾਂ ਨਹੀਂ ਆ ਸਕਦੇ, ਪਰ ਇੱਥੇ ਬੈਠ ਕੇ ਵੀ ਅਸੀਂ ਸਾਰੀ ਰਾਤ ਤੁਹਾਡੇ ਨਾਲ ਹੀ ਲਾਈਵ ਦਿਖਾਵਾਂਗੇ ਤੁਹਾਨੂੰ ਸਾਰਾ। ਲਾਈਵ ਅਗਰ ਇਹ ਕੱਟ ਵੀ ਜਾਏਗਾ ਤਾਂ ਅਸੀਂ ਤੁਹਾਨੂੰ ਦੁਬਾਰਾ ਲਾਈਵ ਲੈ ਕੇ ਆਵਾਂਗੇ, ਨਾਲ ਨਾਲ ਦਿਖਾਉਂਦੇ ਰਹਾਂਗੇ। ਫਿਲਹਾਲ ਸਾਡੇ ਨਾਲ ਇਸ ਵਕਤ ਨਿਊਯਾਰਕ ਤੋਂ ਵੀ ਹੈਗੇ ਨੇ ਇੱਕ ਰਾਜਵਿੰਦਰ ਕੌਰ ਜੀ, ਜਿਹੜੇ ਮੈਡੀਕਲ ਫੀਲਡ ਤੋਂ ਨੇ, ਤੇ ਉਹਨਾਂ ਨੂੰ ਆਪਾਂ ਬੁਲਾਇਆ। ਐਕਚੁਅਲੀ ਉਹ ਹੈਗੇ ਜਿਹੜੇ ਪ੍ਰਾਈਮ ਵਿਦਰ ਸਟੇਟ ਅਸੈਂਬਲੀ ਦੇ ਕੈਂਡੀਡੇਟ ਹੈਗੇ ਨੇ, ਰਾਜਕੁਮਾਰ ਜੈਨੀਫਰ ਉਹਨਾਂ ਦੇ ਸੀਨੀਅਰ ਐਡਵਾਈਜ਼ਰ ਹੈਗੇ ਨੇ ਤੇ ਮੈਡੀਕਲ ਫੀਲਡ ਤੋਂ ਨੇ, ਤੇ ਉਹ ਵੀ ਆਪਣੀ ਓਪੀਨੀਅਨ ਤੇ ਆਪਣਾ ਜਿਹੜਾ ਦੱਸਣਾ ਚਾਹੁੰਦੇ ਨੇ, ਤੇ ਨਾਲ ਤੁਹਾਡੇ ਨਾਲ ਹੀ ਗੱਲ ਕਰਨਾ ਚਾਹੁੰਦੇ ਨੇ, ਤੇ ਆਪਣੇ ਵੱਲੋਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਨੇ ਕਿ ਉਹ ਸਾਰੇ ਇੱਥੇ ਸੀ ਜਿੰਨੀ ਵੀ ਕਮਿਊਨਿਟੀ ਬੈਠੀ ਹੈ ਸਾਰੇ ਆਪਣੇ ਪੰਜਾਬ ਦੇ ਨਾਲ ਖੜੇ ਆ। ਸੋ ਥੋੜੀ ਦੇਰ ਤੱਕ ਅਸੀਂ ਉਹਨਾਂ ਨੂੰ ਵੀ ਆਪਣੇ ਨਾਲ ਲੈ ਰਹੇ ਹਾਂ। ਰਾਜਵਿੰਦਰ ਕੌਰ, ਸੋ ਇਸੇ ਤਰ੍ਹਾਂ ਸਾਡੇ ਨਾਲ ਪਟਿਆਲਾ ਤੋਂ, ਮਾਨਸਾ ਤੋਂ, ਗੜਦੀਵਾਲ, ਹੁਸ਼ਿਆਰਪੁਰ ਜ਼ਿਲ੍ਹੇ ਤੋਂ ਵੀ ਸਾਡੀ ਜਿਹੜੀ ਟੀਮ ਹੈ ਤੁਹਾਨੂੰ ਆਪਣੇ ਉੱਥੋਂ ਦਾ ਲਾਈਵ ਸਾਰਾ ਕੁਝ ਦਿਖਾਣਗੇ। ਸੋ ਅਸੀਂ ਮਿਲ ਜੁਲ ਕੇ ਸਾਰਿਆਂ ਨੇ ਸਾਥ ਦੇਣਾ ਇਸ ਵਕਤ ਜੋ ਵੀ ਸਿਚੁਏਸ਼ਨ ਹੈਗੀ ਹੈ, ਤੇ ਉਮੀਦ ਹੈ ਕਿ ਵਾਹਿਗੁਰੂ ਕਿਰਪਾ ਕਰੇਗਾ ਤੇ ਅਸੀਂ ਜਿੱਤ ਹਾਸਲ ਕਰਾਂਗੇ ਜ਼ਰੂਰ। ਕੱਟਣਾ ਪੈ ਗਿਆ ਲਾਈਵ ਵਿੱਚ ਕੁਝ ਸੈਟਿੰਗ ਕਰਕੇ ਤੇ ਕੁਝ ਆਈ ਥਿੰਕ ਪ੍ਰੋਬਲਮ ਕਰਕੇ ਨੈਟਵਰਕ ਦੀ। ਸੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ 2 ਮਿੰਟ ਲਾਈਵ ਕੀਤੇ ਦੱਸਿਆ ਸੀ ਕਿ ਅੱਜ ਆਪਾਂ ਪੰਜਾਬ ਦਾ ਜਿਹੜਾ ਧਰਨੇ ਹੋ ਰਹੇ ਨੇ ਪੰਜਾਬ ਬੰਦ ਦਾ ਆਰਡੀਨੈਂਸ ਦੇ ਲਈ, ਤੇ ਆਰਡੀਨੈਂਸ ਦੇ ਵਿਰੋਧ ਦੇ ਵਿੱਚ, ਉਹਦੇ ਲਈ ਆਪਾਂ ਲਾਈਵ ਹੋਏ ਆ, ਤੇ ਆਪਾਂ ਤੁਹਾਨੂੰ ਉੱਥੋਂ ਦੀ ਸਿਚੁਏਸ਼ਨ ਵੀ ਦਿਖਾਵਾਂਗੇ। ਤੇ ਫਿਲਹਾਲ ਅਸੀਂ ਇੱਥੇ ਨਿਊਯਾਰਕ ਬੈਠ ਕੇ ਵੀ, ਵਿਦੇਸ਼ਾਂ 'ਚ ਬੈਠ ਕੇ ਵੀ ਆਪਣੇ ਪੰਜਾਬ ਦੇ ਨਾਲ ਖੜੇ ਆ। ਤੇ ਸਾਡੇ ਨਾਲ ਨੰਬਰ 1 ਪਹਿਲਾਂ ਹਾਜ਼ਰ ਨੇ ਰਾਜਵਿੰਦਰ ਕੌਰ ਜੀ, ਜਿਹੜੇ ਮੈਡੀਕਲ ਫੀਲਡ ਤੋਂ ਬਿਲੋਂਗ ਕਰਦੇ ਨੇ, ਸਾਡੇ ਪੰਜਾਬੀ ਭੈਣ ਜੀ, ਤੇ ਪ੍ਰਾਈਮਰ ਵਿਨਰ ਸਟੇਟ ਅਸੈਂਬਲੀ ਤੇ ਜੈਨੀਫਰ ਰਾਜਕੁਮਾਰ ਜੀ ਦੇ ਇਹ ਸੀਨੀਅਰ ਐਡਵਾਈਜ਼ਰ ਵੀ ਨੇ ਤੇ ਸੋਸ਼ਲ ਵਰਕਰ ਵੀ ਨੇ। ਸੋ ਇਹ ਵੀ ਆਪਣੇ 2-4 ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦੇ ਨੇ ਤੇ ਦੱਸਣਾ ਚਾਹੁੰਦੇ ਨੇ ਕਿ ਅਸੀਂ ਵੀ ਸਾਰੇ ਤੁਹਾਡੇ ਨਾਲ ਖੜੇ ਆ, ਇੱਕ ਨਾਲ ਇੱਕ ਜੋੜ ਕੇ, ਮੋਢੇ ਨਾਲ ਮੋਢਾ ਤਾਣ ਕੇ ਅਸੀਂ ਆਪਣੇ ਵੀਰਾਂ ਭੈਣਾਂ ਦਾ ਸਾਥ ਦੇ ਰਹੇ ਹਾਂ, ਆਪਣੇ ਪੰਜਾਬ ਦਾ ਸਾਥ ਦੇ ਰਹੇ ਹਾਂ। ਸੋ ਰਾਜਵਿੰਦਰ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਆਵਾਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਤੇ ਹਾਂਜੀ ਰਾਜਵਿੰਦਰ ਜੀ, ਥੈਂਕ ਯੂ ਸੋ ਮਚ, ਤੁਸੀਂ ਸਪੋਰਟ ਕਰ ਰਹੇ ਹੋ ਆਪਣੇ ਪੰਜਾਬ ਨੂੰ, ਸਾਡੇ ਨਾਲ ਆ ਕੇ ਜੁੜੇ ਹੋ ਗੱਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ। ਸੋ ਧੰਨਵਾਦ ਜੀ। ਹਾਂਜੀ, ਅੱਜ ਆਪਣੇ ਪੰਜਾਬ ਦੇ ਵਿੱਚ ਆਪਾਂ ਜਗ੍ਹਾ ਜਗ੍ਹਾ ਤੇ ਸਾਰੇ ਵੀਰ ਭੈਣਾਂ ਇਕੱਠੇ ਹੋ ਕੇ ਆਰਡੀਨੈਂਸ ਦੇ ਵਿਰੁੱਧ ਧਰਨੇ ਦੇ ਰਹੇ ਆ, ਤੇ ਹੋ ਚਲੋ ਵਾਹਿਗੁਰੂ ਕਰਨ ਤੇ ਆਪਾਂ ਨੂੰ ਕਾਮਯਾਬੀ ਮਿਲੇ ਤੇ ਸਰਕਾਰ ਦੀ ਜਿਹੜੀ ਪਾਲਿਸੀ ਮਾੜੀ ਨੀਤੀ ਹੈਗੀ ਫੇਲ ਹੋ ਜਾਵੇ। ਸੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਜਿੱਦਾਂ ਤੁਸੀਂ ਕਿਹਾ ਸੀ ਕਿ ਮੈਂ ਗੱਲ ਕਰਨਾ ਚਾਹਦੀ ਹਾਂ, ਸੋ ਜਰੂਰ ਤੁਸੀਂ ਸਾਂਝੀ ਕਰੋ ਆਪਣੀ ਗੱਲ। ਜੀ ਜੀ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ, ਜਿਹੜੇ ਮੇਰੇ ਭਰਾ ਇੰਡੀਆ ਦੇ ਵਿੱਚ, ਮੇਰੀਆਂ ਭੈਣਾਂ ਕਿਸਾਨ ਇੰਡੀਆ ਦੇ ਵਿੱਚ ਸਾਨੂੰ ਲਾਈਵ ਦੇਖਦੇ ਨੇ। ਦੇਖੋ ਜੀ, ਗੱਲ ਇੱਦਾਂ ਹੈਗੀ, ਜਿਹੜੀ ਆਰਡੀਨੈਂਸ ਦਾ ਬਿੱਲ ਆਇਆ ਹੈਗਾ ਆ, ਇਹ ਸਾਡੇ ਲਈ ਬਹੁਤ ਹੀ ਖਤਰਨਾਕ ਹੈਗਾ, ਜਿੱਥੋਂ ਤੱਕ ਮੈਂ ਇਹਨੂੰ ਪੜ੍ਹਿਆ ਸੁਣਿਆ। ਔਰ ਮੈਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇੱਕ ਤੁਸੀਂ ਜਿਹੜੀ ਤੁਹਾਡੀ ਯੂਨੀਅਨ ਹੈਗੀ ਉਹਨੂੰ ਨਾਲ ਲੈ ਕੇ, ਔਰ ਜਿਹੜੇ ਤੁਹਾਡੇ ਪਿੰਡਾਂ ਦੇ ਸਰਪੰਚ ਨੇ, ਤੁਹਾਡੇ ਆੜਤੀਏ ਨੇ, ਤੇ ਸਾਰੇ ਜਿਹੜੇ ਹੋਰ ਭੈਣ ਭਰਾ ਇਹਨੂੰ ਸਮਰਥਨ ਦਿੰਦੇ ਨੇ, ਉਹਨਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਇੱਕ ਪਟੀਸ਼ਨ ਤਿਆਰ ਕਰੋ, ਜਿਹੜੀ ਕਿ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਓ। ਸੋ ਸਾਰੇ ਵੀ ਜਿੰਨੇ ਵੀ ਲੀਡਰ ਵੀ ਹੈਗੇ ਨੇ, MLA ਹੈਗੇ ਨੇ, MPs ਹੈਗੇ ਨੇ, ਆਮ ਪਬਲਿਕ ਹੈਗੀ ਆ, ਉਹ ਸਾਰੇ ਇਸ ਪਟੀਸ਼ਨ ਦਾ ਹਿੱਸਾ ਬਣੋ, ਇਹਦੇ ਤੇ ਸਾਈਨ ਕਰੋ।
ਫਿਰ ਜਦੋਂ ਤੁਸੀਂ ਸੁਪਰੀਮ ਕੋਰਟ ਲੈ ਕੇ ਜਾਓਗੇ ਤਾਂ ਤੁਸੀਂ ਇਸ ਆਰਡੀਨੈਂਸ ਨੂੰ ਜਿਹੜੇ ਬਿੱਲ ਨੂੰ ਤੋੜ ਸਕਦੇ ਆ, ਬ੍ਰੇਕ ਕਰ ਸਕਦੇ ਆ, ਕਿਉਂਕਿ ਜਿਹੜਾ ਵੀ ਕੋਈ ਕਨਸਟੀਟਿਊਸ਼ਨ ਦੇ ਵਿੱਚ ਕੋਈ ਅਮੈਂਡਮੈਂਟ ਹੁੰਦੀ ਆ ਉਹਦੇ ਨੂੰ ਸੁਪਰੀਮ ਕੋਰਟ ਤੋਂ ਹੀ ਲੈ ਕੇ ਜਾਇਆ ਜਾ ਸਕਦਾ। ਜੇ ਤੁਸੀਂ ਇੱਥੇ ਧਰਨੇ ਇਸ ਤਰ੍ਹਾਂ ਹੀ ਲਾਉਂਦੇ ਰਹੋਗੇ 2 ਦਿਨ 4 ਦਿਨ 10 ਦਿਨ ਮਹੀਨਾ, ਤਾਂ ਇਹ ਸਰਕਾਰ ਜਿਹੜੀ ਆ ਉਹਨੂੰ ਸੈਂਟਰਲ ਗਵਰਨਮੈਂਟ ਨੂੰ ਇਹ ਪਤਾ ਹੁੰਦਾ ਆ ਕਿ ਧਰਨੇ ਬਹੁਤਾ ਟਾਈਮ ਨਹੀਂ ਲਾ ਸਕਦੇ, ਕਿਉਂਕਿ ਇਹਨਾਂ ਨੇ ਆਪਣਾ ਹੀ ਕੰਮ ਖਰਾਬ ਕਰਨਾ ਹੈਗਾ। ਅਸੀਂ ਤਾਂ ਬੈਠੇ ਹੈਗੇ ਆ ਆਪਣੇ ਭਵਨ ਦੇ ਵਿੱਚ, ਉਹਨਾਂ ਦਾ ਤੇ ਗਵਰਨਮੈਂਟ ਦਾ ਤੇ ਕੋਈ ਲਾਸ ਨਹੀਂ ਹੁੰਦਾ ਪਿਆ, ਕਿਉਂਕਿ ਉਹਨਾਂ ਨੂੰ ਤੇ ਰੋਟੀ ਮਿਲਦੀ ਪਈ ਆ, ਉਹਨਾਂ ਕੋਲ ਤਾਂ ਪੈਸਾ ਵਾਧੂ ਹੈਗਾ ਆ। ਤੇ ਜਿਹੜਾ ਵੀ ਇਹ ਲਾਸ ਹੁੰਦਾ ਪਿਆ ਆ ਇਹ ਸਾਡੇ ਕਿਸਾਨ ਭਰਾਵਾਂ ਦਾ ਹੁੰਦਾ ਪਿਆ ਆ। ਸਾਡੇ ਜਿਹੜੇ ਹੋਰ ਆੜਤੀਏ ਨੇ, ਹੋਰ ਸਾਡੇ ਬਿਜ਼ਨਸਮੈਨ ਭਰਾ ਨੇ ਉੱਥੇ, ਹੋਰ ਸਾਡੇ ਲੋਕ ਸਾਰਿਆਂ ਦਾ ਹੀ ਹੁੰਦਾ ਪਿਆ ਆ, ਲੀਡਰਾਂ ਦਾ ਵੀ ਹੁੰਦਾ ਪਿਆ ਆ, ਕਿਉਂਕਿ ਈਚ ਐਂਡ ਐਵਰੀਵਨ ਦਾ ਹੁੰਦਾ ਪਿਆ ਆ। ਕਿਉਂਕਿ ਜੇ ਕਿਸਾਨੀ ਡੁੱਬ ਗਈ ਤੇ ਆਪਾਂ ਜਿਹੜੇ ਸਾਰਿਆਂ ਨੇ ਕਿੱਥੋਂ ਰੋਟੀ ਖਾਣੀ ਆ। ਸਤਿ ਸ਼੍ਰੀ ਅਕਾਲ ਸੋ ਜੀ, ਤੇ ਆਪਾਂ ਜਦੋਂ ਕਿਸਾਨ ਹੀ ਨਹੀਂ ਸਾਡਾ ਖੁਸ਼ ਆ, ਜੇ ਕਿਸਾਨ ਹੀ ਨਹੀਂ ਸਾਡਾ ਰਹੇਗਾ ਤਾਂ ਅਸੀਂ ਕਿੱਥੋਂ ਰਹਿ ਜਾਾਂਗੇ? ਸਾਡਾ ਪੇਟ ਹੀ ਨਹੀਂ ਭਰੇਗਾ ਤੇ ਭੁੱਖ ਦੇ ਨਾਲ ਅਸੀਂ ਤਾਂ ਮਰਾਂਗੇ। ਤੇ ਇਸ ਕਰਕੇ ਸਾਰੇ ਜਿਹੜੇ ਹੈਗੇ ਆ, ਮੇਰੇ ਖਿਆਲ ਚ ਪ੍ਰੀਤ ਜੀ, ਇਹਨਾਂ ਨੂੰ ਕਾਨੂੰਨ ਦੀ ਸਹਾਇਤਾ ਲੈ ਕੇ ਇਹਨਾਂ ਨੂੰ ਅੱਗੇ ਵਧਣਾ ਚਾਹੀਦਾ, ਆਪਾਂ ਸਾਰੇ ਭੈਣ ਭਰਾਵਾਂ ਨੂੰ ਹੀ। ਤੇ ਕਾਨੂੰਨ ਤੋਂ ਬਿਨਾਂ ਕੁਝ ਨਹੀਂ ਹੋਣਾ ਹੈਗਾ। ਮੇਰੇ ਖਿਆਲ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਕਈ ਇਹਨਾਂ ਨੇ ਅਮੈਂਡਮੈਂਟ ਕੀਤੀਆਂ ਹੈਗੀਆਂ ਨੇ ਕਨਸਟੀਟਿਊਸ਼ਨ ਦੇ ਵਿੱਚ, ਕਈ ਤਰ੍ਹਾਂ ਦੇ ਬਿੱਲ ਪਾਸ ਕੀਤੇ ਆ, ਤੇ ਇਹਨਾਂ ਦਾ ਇਹ ਅੱਗੇ ਅੱਗੇ ਹੌਸਲਾ ਵੱਧਦਾ ਗਿਆ ਜਦੋਂ ਲੋਕਾਂ ਨੇ ਕੋਈ ਰਾਈਟ ਜਿਹੜੀ ਸੀਗੀ ਉਹ ਜਗ੍ਹਾ ਨਹੀਂ ਚੂਜ਼ ਕੀਤੀ। ਜਦੋਂ ਲੋਕਾਂ ਨੇ ਸੁਪਰੀਮ ਕੋਰਟ 'ਚ ਨਹੀਂ ਗਏ ਛੋਟੇ ਮੁੱਦਿਆਂ ਦੇ ਲਈ, ਪਹਿਲਾਂ ਨਹੀਂ ਗਏ, ਏਦਾਂ ਹੀ ਰੌਲਾ ਪਾ ਕੇ ਧਰਨੇ ਲਾ ਕੇ ਹਟ ਗਏ, ਤੇ ਜਿਹੜੀ ਸੈਂਟਰਲ ਗਵਰਨਮੈਂਟ ਆ ਉਹਦੀ ਜਿਹੜੀ ਆ ਉਹ ਝਾਕ ਖੁੱਲਦੀ ਗਈ। ਤੇ ਹੁਣ ਆਪਾਂ ਬਿਲਕੁਲ ਵੀ ਇਸ ਤਰ੍ਹਾਂ ਦਾ ਹੋਣ ਨਹੀਂ ਦੇਣਾ ਹੈਗਾ। ਹੁਣ ਅਸੀਂ ਸੁਪਰੀਮ ਕੋਰਟ ਤੇ ਪਟੀਸ਼ਨ ਪਾ ਕੇ ਸਾਰੇ ਭੈਣ ਭਰਾ ਇੱਕ ਹੋ ਕੇ ਇਹਨਾਂ ਨੂੰ ਦਿਖਾਵਾਂਗੇ ਕਿ ਅਸੀਂ ਕਿਵੇਂ ਇਸ ਨੂੰ ਬਿੱਲ ਨੂੰ ਜਿਹੜਾ ਬ੍ਰੇਕ ਕਰ ਸਕਦੇ ਹਾਂ। ਦੂਸਰਾ, ਤੁਸੀਂ ਬਿਲਕੁਲ ਫਿਕਰ ਨਹੀਂ ਕਰਨਾ, ਅਸੀਂ ਤੁਹਾਡੇ ਨਾਲ ਆ। ਹੁਣੇ ਮੈਨੂੰ ਸ਼ਾਮੀ 9:30 ਵਜੇ ਸਾਡੇ ਨਿਊਯਾਰਕ ਤੋਂ, ਰਿਚਮੰਡ ਹਿਲ ਤੋਂ ਸਿੱਖ ਕਲਚਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਸਰਦਾਰ ਦਵਿੰਦਰ ਸਿੰਘ ਬੋਪਾਰਾਈ ਹੁਣਾਂ ਦਾ ਮੈਸੇਜ ਆਇਆ ਹੈਗਾ ਕਿ ਅਸੀਂ 26 ਤਰੀਕ ਨੂੰ ਸਾਰੇ ਜਾਣੇ ਯੂਐਨਓ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕਰਨੇ ਵਾਲੇ ਹੈਗੇ ਆ। ਬਹੁਤ ਵੱਡੇ ਪੱਧਰ ਤੇ ਪ੍ਰੋਟੈਸਟ ਹੋਏਗਾ ਇਸ ਬਿੱਲ ਦਾ, ਔਰ ਉੱਥੋਂ ਹੋ ਸਕਦਾ ਕਿ ਮੋਦੀ ਜੀ ਨੂੰ ਵੀ ਉੱਥੇ ਜ਼ੂਮ ਤੇ ਆਉਣਾ ਪਵੇ ਤੇ ਗੱਲਬਾਤ ਕਰਨੀ ਪਵੇ। ਸੋ ਇਸ ਕਰਕੇ ਅਸੀਂ ਤੁਹਾਡੇ ਨਾਲ ਆ, ਤੁਸੀਂ ਡਟੇ ਰਹੋ। ਇੱਕ ਹੋਰ ਮੈਸੇਜ ਦੇਣਾ ਚਾਹੂੰਗੀ ਸਾਰੇ ਕਿਸਾਨ ਭਰਾਵਾਂ ਨੂੰ, ਤੇ ਜੇ ਤੁਹਾਨੂੰ, ਮੈਨੂੰ ਪਤਾ ਕਿ ਇਸ ਮਾੜੇ ਸਮੇਂ ਦੇ ਵਿੱਚ ਫੰਡ ਦੀ ਲੋੜ ਆਫ ਕੋਰਸ ਹੋਏਗੀ ਬਹੁਤ, ਤੇ ਇੱਕ ਤੁਸੀਂ ਹੋਰ ਵੀ ਕੰਮ ਕਰ ਸਕਦੇ ਹੋ, ਅਸੀਂ ਤੁਹਾਨੂੰ ਉਹ ਮਦਦ ਦੇਵਾਂਗੇ ਸਾਰੇ ਰਲ ਕੇ, ਕਿ ਤੁਸੀਂ ਇੱਕ ਗੋ ਫੰਡ ਜਾਂ ਇਸ ਤਰ੍ਹਾਂ ਦੀ ਕੋਈ ਫੰਡਿੰਗ ਵਾਲੀ ਬਹੁਤ ਵਧੀਆ ਪੱਧਰ ਤੇ ਕੋਈ ਚੂਜ਼ ਕਰ ਲਓ, ਕੋਈ ਸੰਸਥਾ ਬਣਾ ਲਓ, ਤੇ ਅਸੀਂ ਸਾਰੇ ਭੈਣ ਭਰਾ ਉਹਦੇ ਚ ਫੰਡ ਭੇਜਾਂਗੇ ਤੁਹਾਨੂੰ, ਤੇ ਤੁਸੀਂ ਡਟੇ ਰਹਿਣਾ ਹੈਗਾ ਆ, ਤੁਸੀਂ ਹਟਣਾ ਨਹੀਂ, ਪੈਸੇ ਦੇ ਵੀ ਕਰਕੇ ਤੁਸੀਂ ਪਿੱਛੇ ਨਹੀਂ ਹਟਣਾ। ਮੈਨੂੰ ਪਤਾ ਹੈ ਕਿ ਸਾਡੇ ਕਿਸਾਨ ਭਰਾਵਾਂ ਨੇ ਖੇਤੀ ਕਰਨੀ ਤੇ ਖਾਣੀ ਆ, ਬਾਕੀ ਵੀ ਸਾਡੇ ਜਿਹੜੇ ਹੋਰ ਜਿਹੜੇ ਦੁਕਾਨਾਂ ਵਾਲੇ ਨੇ ਉਹਨਾਂ ਵੀ ਦੁਕਾਨਾਂ ਖੋਲਣੀਆਂ ਆ, ਸਾਰੇ ਬਿਜ਼ਨਸਮੈਨ ਉਹਨਾਂ ਨੇ ਵੀ ਬਿਜ਼ਨਸ ਕਰਨੇ ਆ, ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਅਸੀਂ ਤੁਹਾਨੂੰ ਇੱਥੋਂ ਸਪੋਰਟ ਕਰਾਂਗੇ ਜਿੰਨੀ ਸਾਡੇ ਕੋਲ ਹੋਊਗੀ ਵੱਧ ਤੋਂ ਵੱਧ, ਤੇ ਤੁਸੀਂ ਲੱਗੇ ਰਹੋ ਔਰ ਇਮਾਨਦਾਰੀ ਨਾਲ ਲੱਗੇ ਰਹੋ। ਤੇ ਮੇਰੀ ਇੱਕ ਹੋਰ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਕਿ ਬਈ ਤੁਸੀਂ ਲੀਡਰਾਂ ਨੂੰ ਨਾਲ ਲੈ ਕੇ ਚੱਲੋ, ਇਹ ਗੁੱਡ ਆ, ਪਰ ਲੀਡਰਾਂ ਤੇ ਇੰਨਾ ਭਰੋਸਾ ਕਰਕੇ ਨਾ ਚੱਲਿਓ ਕਿ ਲੀਡਰ ਕਹਿ ਦੇਣ ਕਿ ਜੀ ਅਸੀਂ ਤਾਂ ਸੁਪਰੀਮ ਕੋਰਟ 'ਚ ਪਟੀਸ਼ਨ ਪਾ ਦਿੱਤੀ, ਅਸੀਂ ਤਾਂ ਸਭ ਕੁਝ ਕਰ ਦਿੱਤਾ, ਤੇ ਤੁਸੀਂ ਉਹਨੂੰ ਮੰਨ ਕੇ ਬਹਿ ਜਾਓ। ਉਦੋਂ ਤੱਕ ਤੁਸੀਂ ਭਰੋਸਾ ਨਹੀਂ ਕਰਨਾ ਜਦੋਂ ਤੱਕ ਇਹ ਜਿਹੜੀ ਬਿੱਲ ਦਾ ਕੋਈ ਵੀ ਤੁਹਾਨੂੰ ਸੋਲੂਸ਼ਨ ਨਹੀਂ ਮਿਲ ਜਾਂਦਾ, ਤੁਹਾਡੇ ਅੱਖਾਂ ਅੱਗੇ ਪ੍ਰੂਫ ਨਹੀਂ ਆ ਜਾਂਦਾ, ਜਾਂ ਤੁਸੀਂ ਜਿਹੜੇ ਵੀ ਪਿੰਡਾਂ ਦੇ ਸਰਪੰਚ ਨੇ, ਜਿਹੜੇ ਵੀ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਯੂਨੀਅਨਸ ਨੇ, ਉਹਨਾਂ ਨੂੰ ਆਪ ਨਾਲ ਖੁਦ ਜਾ ਕੇ ਹਰ ਕੰਮ ਕਰਨਾ ਆ। ਸੋ ਬਾਕੀ ਬਾਬਾ ਗੁਰੂ ਕਾਲਪੁਰਖ ਗੌਡ ਕਰੇ ਕਿ ਕੋਈ ਗਦਾਰ ਨਾ ਨਿਕਲ ਆਵੇ, ਉਹਦੀ ਬੜੀ ਚਿੰਤਾ ਹੈਗੀ ਆ ਸਾਨੂੰ ਇੱਥੇ ਬੈਠਿਆਂ ਨੂੰ, ਕਿਉਂਕਿ ਹਮੇਸ਼ਾ ਜਿਹੜੇ ਸਾਡੇ ਸਿੱਖ ਭਾਈਚਾਰਾ ਜਾਂ ਸਾਡੇ ਹੋਰ ਸਾਰੇ ਭਾਈਚਾਰੇ ਨੇ, ਸਾਡੇ ਕਿਸਾਨ ਨੇ ਜਾਂ ਸਾਡੇ ਪੰਜਾਬੀ ਨੇ, ਇਹ ਵੱਡੇ ਦਿਲ ਦੇ ਨੇ, ਇਹਨਾਂ ਦਾ ਦਿਲ ਖੁੱਲਾ ਆ, ਇਹ ਆਪਣੀ ਕਈ ਵਾਰੀ ਆਪਣੀ ਗੱਲ ਵੀ ਓਪਨ ਕਰ ਦਿੰਦੇ ਨੇ ਸਾਡੇ ਵਾਂਗੂ,
ਪਰ ਕਈ ਵਾਰੀ ਉਹਦਾ ਖਮਿਆਜ਼ਾ ਜਿਹੜਾ ਭੁਗਤਣਾ ਪੈ ਜਾਂਦਾ। ਪਰ ਮੈਂ ਇਹਨਾਂ ਨੂੰ ਕਹੂੰਗੀ ਗੱਲ ਖੁੱਲ ਕੇ ਕਰੋ, ਪਰ ਦਿਮਾਗ ਨਾਲ ਜ਼ਰੂਰ ਖੁੱਲੇ ਰੱਖਿਓ, ਕਿਉਂਕਿ ਜੇ ਦਿਮਾਗ ਨਾ ਖੁੱਲੇ ਤਾਂ ਫਿਰ ਕੁਝ ਨਹੀਂ ਹੋਣਾ ਹੈਗਾ। ਸੋ ਬਾਕੀ ਡਟੇ ਰਹੋ, ਬਸ ਇੰਨੀਆਂ ਹੀ ਬੇਨਤੀਆਂ ਮੇਰੀਆਂ। ਤੇ ਸਾਰੇ ਮੈਂ ਬਾਕੀ ਸਿੰਗਰਸ, ਖਾਸ ਕਰਕੇ ਮੈਂ ਸਿੰਗਰਸ ਨੂੰ ਕਹਿਣਾ ਚਾਹੁੰਦੀ ਹਾਂ ਬਈ ਗਾਣੇ ਤੇ ਆਪਾਂ ਗਾਲੇ ਬੜੇ ਹੁਣ, ਤੇ ਆਪਾਂ ਕਿਸੇ ਜਗ੍ਹਾ ਤੇ ਨਾਮ ਵੀ ਬਣਾ ਲਿਆ, ਤੇ ਆਪਾਂ ਫੇਮ ਵੀ ਲੈ ਲਈ, ਤੇ ਪੈਸਾ ਵੀ ਬਣਾ ਲਿਆ, ਤੇ ਸਾਰਾ ਕੁਝ ਕਰ ਲਿਆ। ਤੇ ਹੁਣ ਜਿਹੜਾ ਸਮਾਂ ਨਾ ਇਸ ਵੇਲੇ ਕਿਸਾਨਾਂ ਦੇ ਨਾਲ ਖੜਨ ਦਾ ਸਮਾਂ ਆ। ਇਸ ਵੇਲੇ ਆਪਣੇ ਪੰਜਾਬ ਨੂੰ ਬਚਾਉਣ ਦਾ ਸਮਾਂ ਆ। ਇਸ ਵੇਲੇ ਨਾ ਕੋਈ ਜਾਤ ਦੇਖੋ, ਨਾ ਕੋਈ ਪਾਤ ਦੇਖੋ, ਨਾ ਕੋਈ ਕੰਮ ਦੇਖੋ, ਨਾ ਕੋਈ ਅਹੁਦਾ ਦੇਖੋ। ਅੱਜ ਛੋਟੇ ਤੋਂ ਲੈ ਕੇ ਵੱਡੇ ਤੱਕ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ। ਅੱਜ ਬਿਲਕੁਲ ਆਪਣੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਆ, ਭੈਣਾਂ ਨੂੰ ਇਕੱਠੇ ਹੋਣ ਦੀ ਲੋੜ ਆ, ਬਜ਼ੁਰਗਾਂ ਨੂੰ ਲੋੜ ਆ। ਇੱਕ ਮੰਚ ਤੇ ਆ ਜਾਓ, ਚਾਹੇ ਉਹ ਕੋਈ ਵੀ ਧਰਮ ਆ, ਕੋਈ ਵੀ ਰਿਲੀਜਨ ਆ, ਕੋਈ ਵੀ ਬਿਜ਼ਨਸਮੈਨ ਆ, ਸਾਰੇ A to Z। ਅੱਜ ਆਪਣੀਆਂ ਜਿਹੜੀਆਂ ਪਰਸਨਲ ਪੋਲੀਟੀਕਲ ਜਿਹੜੀਆਂ ਤੁਹਾਡੀਆਂ ਰੰਜਿਸ਼ਾਂ ਨੇ ਉਹਨਾਂ ਨੂੰ ਛੱਡ ਦਿਓ। ਤੁਸੀਂ ਉਹਨਾਂ ਨੂੰ ਨਹੀਂ ਛੱਡਿਆ ਤੇ ਆਉਣ ਵਾਲੇ 2-4 ਸਾਲਾਂ ਤੱਕ ਫਿਰ ਕਾਲ ਪੈ ਜਾਣਾ, ਭੁੱਖ ਮਰੀ ਪੈ ਜਾਣੀ ਆ। ਬਿਲਕੁਲ ਬੰਦਾ ਬੰਦੇ ਨੂੰ ਵੱਢ ਕੇ ਖਾਣ ਵਾਲੀ ਹਾਲਾਤ ਹੋ ਜਾਣਗੇ ਉੱਥੇ। ਸੋ ਪ੍ਰੀਤ ਜੀ ਸਾਡੇ ਆਲਵੇਜ਼ ਹਰ ਮੁੱਦੇ ਤੇ ਬਹੁਤ ਹੀ ਸਹੀ ਸੁਲਝੇ ਤਰੀਕੇ ਦੇ ਨਾਲ ਆਵਾਜ਼ ਉਠਾਉਂਦੇ ਨੇ। ਔਰ ਇਹ ਸਾਡੀ ਭੈਣ ਇੱਥੇ ਵੀ ਜਿਹੜਾ ਵੀ ਸਾਡਾ ਕੋਈ ਪ੍ਰੋਗਰਾਮ ਹੁੰਦਾ ਉਹਦੀ ਕਵਰੇਜ ਕਰਦੇ ਨੇ। ਔਰ ਮੇਰੇ ਖਿਆਲ ਬਹੁਤ ਹੀ ਪੱਖ ਦੀ ਗੱਲ ਕਰਦੇ ਨੇ, ਮਤਲਬ ਹਰ ਬੰਦੇ ਨੂੰ ਬੈਲੈਂਸ ਰੱਖ ਕੇ। ਕੋਈ ਇਹ ਨਹੀਂ ਵੀ ਕਿਸੇ ਇੱਕ ਬੰਦੇ ਦੀ ਗੱਲ ਕਰਦੇ ਨੇ ਜਾਂ ਇੱਕ ਪਾਰਟੀ ਦੀ ਕਰਦੇ ਨੇ, ਸੱਚ ਬੋਲਦੇ ਨੇ। ਮੈਨੂੰ ਇਸ ਕਰਕੇ ਪ੍ਰੀਤ ਜੀ ਦਾ ਹਮੇਸ਼ਾ ਸ਼ੋਅ ਜਿਹੜਾ ਵਧੀਆ ਲੱਗਦਾ। ਮੇਰੇ ਖਿਆਲ ਅੱਜ ਪਹਿਲਾ ਸਮਾਂ ਆ ਜਦੋਂ ਮੈਂ ਆਪਣੇ ਫੇਸਬੁੱਕ ਨੂੰ ਇੰਨੇ ਕਾਬਲੀਅਤ ਕੀਤਾ ਕਿ ਮੈਂ ਲਾਈਵ ਜਾਵਾਂ। ਉਹ ਵੀ ਪ੍ਰੀਤ ਜੀ ਹੁਣਾਂ ਨੇ ਮੈਨੂੰ ਬਹੁਤ ਰਿਕੁਐਸਟ ਕੀਤੀ ਕਿ ਰੋਜ਼ ਜੀ ਤੁਸੀਂ ਵੀ 2 ਲਫ਼ਜ਼ ਬੋਲੋ। ਤੇ ਵਾਕਿਆ ਹੀ ਮੈਨੂੰ ਬਹੁਤ ਦੁੱਖ ਹੈਗਾ ਆ ਇਸ ਪੰਜਾਬ ਦਾ, ਕਿਉਂਕਿ ਮੈਂ ਵੀ ਪੰਜਾਬ ਤੋਂ ਆ, ਜਲੰਧਰ ਡਿਸਟ੍ਰਿਕਟ ਤੋਂ ਆ, ਜ਼ਿਮੀਂਦਾਰਾਂ ਦੀ ਕੁੜੀਆਂ। ਅਤੇ ਇੱਕ ਅੰਦਰ ਦਰਦ ਮਹਿਸੂਸ ਹੋਇਆ ਬਹੁਤ ਵੱਡਾ। ਅੱਜ ਤੱਕ ਮੈਂ ਕਦੇ, ਮੈਨੂੰ ਬਹੁਤ ਸਾਰੇ ਹੋਰ ਵੀ ਮੇਰੇ ਭੈਣ ਭਰਾਵਾਂ ਨੇ ਕਿਹਾ ਜੀ ਲਾਈਵ ਕਰੋ ਜੀ, ਸਾਡੇ ਨਾਲ ਪ੍ਰੋਗਰਾਮ ਕਰੋ ਜੀ, ਬਟ ਅਸੀਂ ਕਦੀ ਵੀ ਮੈਂ ਸੋਚਦੀ ਸੀ ਕਿ ਨਹੀਂ ਛੱਡੋ ਕੋਈ ਗੱਲ ਨਹੀਂ, ਸਾਡਾ ਇੱਥੇ ਮਸਲਾ ਹੈਗਾ ਆ। ਅਸੀਂ ਇੱਥੇ ਆਪਣੇ ਇਲੈਕਸ਼ਨ ਲੜੀ ਹੈਗੀ ਆ ਸਟੇਟ ਅਸੈਂਬਲੀ ਦੀ, ਅਸੀਂ ਪ੍ਰਾਇਮਰੀ ਵਿਨ ਕੀਤੀ ਆ। ਸੋ ਸਾਡੀ ਜਿਹੜੀ ਮੇਨ ਇਲੈਕਸ਼ਨ ਉਹ ਨਵੰਬਰ 3 ਨੂੰ ਆ ਜਾਣੀ ਹੈਗੀ ਆ। ਸੋ ਉਹਦੇ 'ਚ ਕਾਫੀ ਅਸੀਂ ਬਿਜ਼ੀ ਵੀ ਹੈਗੇ ਆ। ਪਰ ਹੁੰਦੇ ਹੋਏ ਵੀ ਸਭ ਤੋਂ ਵੱਡਾ ਜਿਹੜਾ ਦਰਦ ਆ ਨਾ ਇਸ ਵੇਲੇ, ਉਹ ਆ ਪੰਜਾਬ ਦਾ ਦਰਦ ਆ, ਕਿਸਾਨਾਂ ਦਾ। ਬਿਲਕੁਲ ਬਿਲकुल ਤੇ ਇਹ ਬਹੁਤ ਹੀ ਘਟੀਆ ਨੀਤੀ ਹੈ। ਕਿਉਂਕਿ ਦੇਖੋ ਰੋਜੀ ਮੇਰੇ ਕਹਿਣ ਦੇ ਨਾਲ ਰਾਜਵਿੰਦਰ ਜੀ ਕਿ ਇਨਸਾਨ ਜਿਹੜਾ ਹੈ ਉਹਨੂੰ ਜ਼ਿੰਦਗੀ ਜੀਣ ਦੇ ਲਈ ਸਭ ਤੋਂ ਮੁੱਢਲੀ ਲੋੜ ਸਾਡੀ ਹੈਗੀ ਰੋਟੀ ਜੀ। ਤੇ ਜੇ ਕਿਸਾਨ ਖੇਤੀ ਨਹੀਂ ਕਰੇਗਾ, ਅਨਾਜ ਨਹੀਂ ਉਗਾਏਗਾ ਤੇ ਅਸੀਂ ਖਾਣਾ ਕੀ ਹੈ ਤੇ ਜ਼ਿੰਦਗੀ ਕਿੱਦਾਂ ਜੀਣੀ ਹੈ। ਡਾਲਰ ਤੱਕ ਖਾ ਬਿਲਕੁਲ ਕੇ ਨਹੀਂ ਜੀ ਸਕਦੇ। ਬਿਲਕੁਲ ਜੀ। ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਇਹ ਖੇਤੀ ਨੂੰ ਦੇ ਰਹੇ ਨੇ। ਕਾਰਪੋਰੇਟ ਘਰਾਣੇ ਜਿਹੜੇ ਨੇ ਰੋਟੀ ਤਾਂ ਉਹ ਵੀ ਖਾਂਦੇ ਨੇ, ਰੋਟੀ ਉਹਨਾਂ ਨੂੰ ਵੀ ਚਾਹੀਦੀ ਹੈ ਤੇ ਰੋਟੀ ਬਿਲਕੁਲ ਸਾਨੂੰ ਜੀ। ਕਿਸਾਨ ਨਹੀਂ ਦੇਣ। ਸੋ ਸਾਡੀ ਮੁੱਢਲੀ ਲੋੜ ਜਿਹੜੀ ਹੈ ਇਸ ਵਕਤ ਦੀ ਜ਼ਰੂਰਤ ਨਹੀਂ, ਸਾਡੀ ਆਪਣੇ ਇਹ ਕਿਸਾਨਾਂ ਦੀ ਜ਼ਰੂਰਤ ਨਹੀਂ, ਸਾਡੀ ਜ਼ਰੂਰਤ ਹੈ। ਕਿਉਂਕਿ ਸਾਨੂੰ ਜ਼ਿੰਦਗੀ ਜੀਣ ਦੇ ਲਈ ਖਾਣੇ ਦੀ ਲੋੜ ਹੈ ਤੇ ਖਾਣਾ ਸਾਨੂੰ ਇੱਕ ਕਿਸਾਨ ਹੀ ਪ੍ਰੋਵਾਈਡ ਕਰਦਾ ਹੈ। ਉਹੀ ਦਿੰਦਾ ਜੀ, ਉਹ ਸਾਡਾ ਅੰਨਦਾਤਾ ਹੈ। ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਜੀ ਕਾਰਪੋਰੇਟ ਘਰਾਣੇ ਛੱਡ ਕੇ ਤੇ ਇਹ ਫੁਕਰੀਆਂ ਗੱਲਾਂ ਛੱਡ ਕੇ, ਸਭ ਕੁਝ ਛੱਡ ਕੇ ਅੱਜ ਸਾਨੂੰ ਕਿਸਾਨ ਦਾ ਸਾਥ ਹੀ ਦੇਣਾ ਚਾਹੀਦਾ। ਉਹਦਾ ਸਾਥ ਨਹੀਂ ਹੈ, ਉਹ ਸਗੋਂ ਸਾਡਾ ਆਪਣਾ ਹੈ। ਸਾਡਾ ਆਪਣਾ ਦੇਖੋ ਅਸੀਂ ਕਿਸਾਨ ਦਾ ਸਾਥ ਨਹੀਂ, ਤੁਸੀਂ ਕਹੋ ਏਦਾਂ ਕਹੋ ਕਿ ਕਿਸਾਨ ਪੂਰੀ ਲਾਈਫ ਸਾਡਾ ਸਾਥ ਦਿੰਦਾ ਆਇਆ ਤੇ ਕਿਸਾਨ ਨੇ ਸਾਡਾ ਸਾਥ ਦੇਣਾ। ਕਿਸਾਨ ਨੂੰ ਤੇ ਅੱਜ ਸਾਡੀ ਲੋੜ ਪਈ ਹੈ ਨਾ, ਸਾਨੂੰ ਤੇ ਕਿਸਾਨ ਦੀ ਲੋੜ ਹਮੇਸ਼ਾ ਹੀ ਹੈਗੀ ਹੈ ਔਰ ਸੀਗੀ ਔਰ ਰਹਿਣੀ ਆ। ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਡਟੇ ਰਹੋ ਮੇਰੇ ਭਰਾਵੋ। ਬਾਕੀ ਜੇ ਫੰਡ ਦੀ ਕੋਈ ਪ੍ਰੋਬਲਮ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਹੈਗੀ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਆ। ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ, ਤੁਸੀਂ ਪ੍ਰੀਤ ਜੀ ਨੂੰ ਕਰ ਸਕਦੇ ਆ। ਮੇਰਾ ਨੰਬਰ 7185011635 718-501-1635। ਕਿਸੇ ਵੀ ਭੈਣ ਭਰਾ ਨੂੰ ਇੰਡੀਆ ਦੇ ਵਿੱਚ ਦੇਖਦੇ, ਸਾਡੇ ਲਾਈਵ ਦੇਖਦੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ, ਤੁਸੀਂ ਸਾਡੇ ਨਾਲ ਕੰਟੈਕਟ ਕਰੋ। ਤੁਹਾਡੀ ਜਿੱਦਾਂ ਦੀ ਵੀ ਮਦਦ ਤੁਹਾਨੂੰ ਲੋੜ ਹੈ, ਮਦਦ ਕੀਤੀ ਜਾਏਗੀ ਇੱਥੋਂ। ਅਸੀਂ ਕੋਸ਼ਿਸ਼ ਕਰਾਂਗੇ ਨਿਊਯਾਰਕ ਹੀ ਨਹੀਂ, ਪ੍ਰੋਟੈਸਟ ਅਸੀਂ ਪੂਰੇ ਅਮਰੀਕਾ 'ਚ ਪ੍ਰੋਟੈਸਟ ਕਰੀਏ ਤੁਹਾਡੇ ਲਈ। ਅਸੀਂ 50 ਦੀਆਂ 50 ਸਟੇਟਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਪ੍ਰੋਟੈਸਟ ਹੋਣ। ਸੋ ਬਾਕੀ ਅਸੀਂ ਨਿਊਯਾਰਕ ਨੂੰ 26 ਤਰੀਕ ਨੂੰ ਕਰਨ ਜਾ ਰਹੇ ਹੈਗੇ ਆ ਜੀ।
ਥੈਂਕ ਯੂ ਸੋ ਮਚ ਰੋਜੀ, ਥੈਂਕ ਯੂ ਸੋ ਮਚ ਤੁਹਾਡੇ ਯੂ ਵੈਲਕਮ ਜੀ। ਫੰਡਿੰਗ ਦੀ ਦੇ ਸਪੋਰਟ ਦੇ ਲਈ, ਉਦਾਂ ਵੀ ਸਪੋਰਟ ਦੇ ਲਈ, ਤੇ ਵਾਹਿਗੁਰੂ ਏਦਾਂ ਹੀ ਸਾਰੇ ਮਿਲ ਜੁਲ ਕੇ ਆਪਾਂ ਸਪੋਰਟ ਕਰੀਏ ਤੇ ਚਲੋ ਥੈਂਕ ਯੂ ਪਰਮਾਤਮਾ ਜੀ। ਏਕਤਾ ਦੇ ਵਿੱਚ ਕਹਿੰਦੇ ਬੜਾ ਤਾਕਤ ਹੁੰਦੀ ਹੈ, ਤੇ ਚਾਹੇ ਅਸੀਂ ਜੀ ਉੱਥੇ ਨਹੀਂ ਜਾ ਸਕਦੇ ਪਰ ਅਸੀਂ ਇੱਥੇ ਬੈਠ ਕੇ ਵੀ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ। ਸੋ ਸਾਡੇ ਨਾਲ ਜੀ ਸਾਡੇ ਟੀਮ ਵੀ ਨਾਲ ਨਾਲ ਜੁੜਨ ਜਾ ਰਹੀ ਹੈ, ਜਿਹੜੀ ਉੱਥੋਂ ਦਾ ਇਸ ਵਕਤ ਹਾਲ ਦਿਖਾਣਗੇ ਕਿ ਜੀ ਅਲੱਗ-ਅਲੱਗ ਸਿਟੀ ਤੋਂ ਨਾਲ ਵਨ ਬਾਈ ਵਨ। ਸੋ ਪਰਮਦੀਪ ਜੀ ਸਾਡੇ ਨਾਲ ਆਏ ਸੀ ਇਸ ਵਕਤ ਮਾਨਸਾ ਤੋਂ। ਸੀ ਸ਼ਾਇਦ ਵੀ ਇੱਕ ਮਿੰਟ ਵਿੱਚ ਅੱਜ ਇੰਡੀਆ 'ਚ ਮੇਰੇ ਖਿਆਲ ਤੇ ਇੰਟਰਨੈਟ ਦੀ ਵੀ ਪ੍ਰੋਬਲਮ ਹੋਈ ਹੋਈ ਹੈ। ਇਸ ਵੇਲੇ ਹੋਣੀ ਤਾਂ ਨਹੀਂ ਚਾਹੀਦੀ, ਕਿਉਂਕਿ ਆਪਣੇ ਹੁਣ ਰਾਤ ਦੇ ਆਲਮੋਸਟ 12 ਵੱਜ ਚੱਲੇ ਨੇ ਤੇ ਆਪਣੇ ਤਾਂ ਇੰਟਰਨੈਟ ਜਿਹੜਾ ਦਿਨੇ ਸਲੋ ਹੋਣ ਦੀ ਸੰਭਾਵਨਾ ਹੈਗੀ, ਪਰ ਰਾਤੀ ਤਾਂ ਮੈਨੂੰ ਲੱਗਦਾ ਹੋਣੀ ਨਹੀਂ ਚਾਹੀਦੀ। ਹਾਂਜੀ, ਬਟ ਪਤਾ ਨਹੀਂ ਇੱਥੇ ਇੰਡੀਆ ਦੇ ਵਿੱਚ ਕੀ ਪ੍ਰੋਬਲਮ ਹੈ, ਕਿਸ ਤਰ੍ਹਾਂ ਹੈਗੀ ਹੈ ਕੁਝ। ਬਾਕੀ ਅਸੀਂ ਦੇਖੋ ਰਾਤ ਦੇ 12 ਵਜੇ ਸਾਨੂੰ ਪਤਾ ਅੱਜ ਪੰਜਾਬ ਜਿਹੜਾ ਉਹ ਬੰਦ ਹੋਣਾ, ਪਰ ਸਾਨੂੰ ਆਪਣੇ ਭਰਾਵਾਂ ਨੂੰ ਹੌਸਲਾ ਦੇਣ ਲਈ ਸਾਨੂੰ ਪ੍ਰੀਤ ਜੀ ਨੂੰ ਤੇ ਮੈਨੂੰ ਸਾਨੂੰ ਅਸੀਂ ਲੱਗਿਆ ਕਿ ਸਾਨੂੰ ਜਾਗਣਾ ਚਾਹੀਦਾ, ਤੁਹਾਨੂੰ ਹੌਸਲਾ ਦੇਣ ਲਈ ਵੀ ਅਸੀਂ ਇੱਥੇ ਬੈਠੇ ਵੀ ਰਾਤ ਨੂੰ ਜਾਗਦੇ ਪਏ ਆ। ਕਿਉਂਕਿ ਅਗਰ ਲਾਈਵ ਕੱਟ ਵੀ ਜਾਏਗਾ ਤੇ ਅਸੀਂ ਦੁਬਾਰਾ ਨੂੰ ਜੋੜ ਲਾਂਗੇ। ਸੋ ਜੀ ਰੋਜੀ ਅਗਰ ਤੁਸੀਂ ਕੁਝ ਕਹਿਣਾ ਚਾਹते ਹੋ ਤੇ ਤੁਸੀਂ ਬੇਸ਼ੱਕ ਗੱਲ ਕਰ ਲਓ, ਫਿਰ ਨਹੀਂ ਤੇ ਮੈਨੂੰ ਲੱਗਦਾ ਕਿ ਮੈਨੂੰ ਪਰਮਦੀਪ ਜੀ ਨੂੰ ਕੱਟ ਕੇ ਲਾਈਵ ਤੇ ਦੁਬਾਰਾ ਲੈਣਾ ਪੈਣਾ ਹੈਗਾ, ਕਿਉਂਕਿ ਥੋੜੀ ਸਮੱਸਿਆ ਮੈਨੂੰ ਲੱਗਦਾ ਕਿ ਇੰਟਰਨੈਟ ਦੀ ਜਾਂ ਕੁਝ ਆ ਰਹੀ ਹੈ ਕਨੈਕਸ਼ਨ ਦੇ ਵਿੱਚ। ਬਸ ਮੈਂ ਇਹੀ ਕਹਿਣਾ ਚਾਹਨੀ ਹਾਂ ਕਿ ਮੇਰੇ ਭੈਣ ਭਰਾ ਜਿਹੜੇ ਸਾਡੀ ਲਾਈਵ ਸਾਨੂੰ ਦੇਖ ਰਹੇ ਨੇ, ਵੱਧ ਤੋਂ ਵੱਧ ਸ਼ੇਅਰ ਕਰਨਾ ਮੇਰੇ ਵੀਰਾਂ ਨੇ ਭੈਣਾਂ ਨੇ, ਕਿਉਂਕਿ ਜੇ ਤੁਸੀਂ ਸ਼ੇਅਰ ਕਰੋਗੇ ਆਮ ਜਿਹੜੀ ਪਬਲਿਕ ਆ ਉਹਦੇ ਤੱਕ ਇਹ ਗੱਲ ਤਾਂ ਹੀ ਪਹੁੰਚੂਗੀ, ਛੋਟੇ ਤੋਂ ਵੱਡੇ ਤੱਕ, ਕਿ ਜਿਹੜਾ ਇਹ ਬਿੱਲ ਆ ਇਹਨੂੰ ਕਾਨੂੰਨੀ ਕਾਰਵਾਈ ਦੇ ਨਾਲ ਆਪਾਂ ਕਿੱਦਾਂ ਬ੍ਰੇਕ ਕਰ ਸਕਦੇ ਹਾਂ। ਕਿਉਂਕਿ ਇਹ ਗੱਲ ਤੁਹਾਨੂੰ ਲੀਡਰਾਂ ਨੇ ਬਿਲਕੁਲ ਨਹੀਂ ਦੱਸਣੀ। ਲੀਡਰਾਂ ਨੇ ਤੁਹਾਡੇ ਨਾਲ ਧਰਨੇ ਦੇ ਉੱਤੇ ਵੀ ਬਹਿਣਾ ਆ, ਲੀਡਰਾਂ ਨੇ ਇਹ ਵੀ ਕਹਿਣਾ ਕਿ ਅਸੀਂ ਸਭ ਕੁਝ ਕਰਾਂਗੇ, ਪਰ ਉਹਨਾਂ ਨੇ ਤੁਹਾਨੂੰ ਕੋਈ ਸਿੱਧਾ ਰਸਤਾ ਨਹੀਂ ਦੱਸਣਾ। ਉਹਨਾਂ ਨੇ ਤੁਹਾਨੂੰ ਇਹ ਕਹਿਣਾ ਕੋਈ ਗੱਲ ਨਹੀਂ ਜੀ, ਧਰਨੇ ਲਾਈ ਜਾਂਦੇ ਅਸੀਂ ਵੀ ਤੁਹਾਡੇ ਨਾਲ ਆ, ਹੋ ਜਾਊਗਾ, ਅਸੀਂ ਦਿੱਲੀ ਚੱਲੇ ਆ, ਅਸੀਂ ਦਿੱਲੀ ਜਾ ਕੇ ਘਰਾਓ ਕਰਾਂਗੇ, ਅਸੀਂ ਦਿੱਲੀ। ਉਹਨਾਂ ਨੇ ਅੰਦਰ ਜਾ ਕੇ ਪਤਾ ਨਹੀਂ ਇਹੀ ਕਹਿ ਦੇਣਾ ਐਂਡ ਤੇ ਕਿ ਬਈ ਜੀ ਕੋਈ ਗੱਲ ਨਹੀਂ, ਪਬਲਿਕ ਰੌਲਾ ਪਾਉਂਦੀ ਆ, ਗੁੱਸੇ ਵਿੱਚ ਆ, ਤੇ ਪ੍ਰਧਾਨ ਮੰਤਰੀ ਜੀ ਤੁਸੀਂ ਕੋਈ ਗੱਲ ਨਹੀਂ ਥੋੜੇ ਦਿਨ ਚੈਨ ਨਾਲ ਬੈਠੇ ਰਹੋ। ਤੇ ਉਹਨਾਂ ਦਾ ਕੋਈ ਪਤਾ ਨਹੀਂ, ਕੋਈ ਭਰੋਸਾ ਨਹੀਂ ਨਾ ਸਾਨੂੰ, ਕਿ ਤੁਹਾਨੂੰ ਇਹ ਕਹਿ ਕੇ ਚਲੇ ਜਾਣ ਵੀ ਅਸੀਂ ਤਾਂ ਤੁਹਾਡੀ ਦੇਖੋ ਜੀ ਦਿੱਲੀ ਗੱਲ ਕਰਨ ਚੱਲੇ ਆ, ਦੇਖੋ ਜੀ ਸਾਨੂੰ ਰੋਕਿਆ ਵੀ ਜਾ ਰਿਹਾ ਆ। ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਮੰਤਰੀ ਆ, ਜਿਹੜੇ ਰਲੇ ਹੋਏ ਲੋਕ ਆ, ਜੇ ਉਹ ਐਵੇਂ ਦੇ ਨਾ ਹੁੰਦੇ ਤਾਂ ਇਹ ਬਿੱਲ ਹੀ ਨਹੀਂ ਸੀ ਪਹਿਲੀ ਗੱਲ ਤਾਂ ਪਾਸ ਹੋਣਾ। ਕਿਉਂ ਉਹਨਾਂ ਮੰਤਰੀਆਂ ਨੇ ਕਿਉਂ ਨਹੀਂ ਪਬਲਿਕ ਨੂੰ ਪਹਿਲਾਂ ਇਹ ਦੱਸਿਆ, ਕਿਉਂ ਨਹੀਂ ਇਹ ਜਿਹੜੀ ਕਿਸਾਨਾਂ ਦੀ ਯੂਨੀਅਨ ਆ ਉਹਨੂੰ ਕਿਉਂ ਨਹੀਂ ਦੱਸਿਆ, ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੂੰ ਕਿਉਂ ਨਹੀਂ ਗੱਲ ਖੋਲੀ ਕਿ ਦੇਖੋ ਜੀ ਅਸੀਂ ਆਹ ਜਿਹੜੇ ਬਿੱਲ ਤੇ ਸਾਈਨ ਕਰਨ ਜਾ ਰਹੇ, ਕਰੀਏ ਜਾਂ ਨਾ ਕਰੀਏ। ਜੇ ਕਿਸਾਨਾਂ ਦਾ ਬਿੱਲ ਸਾਈਨ ਕਰਨਾ ਸੀ ਉਹਨਾਂ ਨੇ ਕੋਈ, ਉਹਨਾਂ ਨੂੰ ਪਹਿਲਾਂ ਇੱਥੇ ਦੀ ਕਿਸਾਨ ਯੂਨੀਅਨ ਨਾਲ ਗੱਲ ਕਰਨੀ ਸੀ, ਵੋਟਾਂ ਲੈਣੀਆਂ ਸੀ ਕਿਸਾਨਾਂ ਦੀਆਂ। ਉਹ ਪਬਲਿਕਲੀ ਇਹਨੂੰ ਕਰਦੇ ਕਿ ਅਸੀਂ ਡਿਸਕਲੋਜ਼ ਕਰਦੇ ਕਿ ਅਸੀਂ ਇਹਨੂੰ ਬਿੱਲ ਨੂੰ ਲਿਜਾਣ ਲੱਗੇ ਆ, ਅਸੀਂ ਬਿੱਲ ਨੂੰ ਉੱਥੇ ਪਾਸ ਕਰਨ ਲੱਗੇ ਸੀ, ਸਾਈਨ ਕਰਨ ਲੱਗੇ। ਇਹਨਾਂ ਨੇ ਸਾਈਨ ਹੀ ਕਿਉਂ ਕੀਤੇ? ਹੁਣ ਜਿਹੜੇ ਅਸਤੀਫੇ ਵੀ ਦਿੰਦੇ ਨਾ ਜੀ, ਇਹਨਾਂ ਨੇ ਅਸਤੀਫੇ ਵਰਬਲੀ ਦੇਣੇ ਹੈਗੇ ਜੀ ਪ੍ਰੀਤ ਜੀ। ਇਹਨਾਂ ਨੇ ਦੇਖੋ ਜੀ ਕੋਈ ਇਹਨਾਂ ਨੇ ਉੱਥੇ ਲਿਖਤੀ ਅਸਤੀਫਾ ਨਹੀਂ ਦੇਣਾ ਤੇ ਕੋਈ ਜਨਤਾ ਨੂੰ ਦੱਸਣਾ ਨਹੀਂ, ਤੇ ਜਿੱਦਣ ਜਨਤਾ ਬਹਿ ਗਈ ਤਾਂ ਮਹੀਨੇ ਬਾਅਦ ਬੀਬੀ ਸਿਮਰਤ ਕੌਰ ਜੀ ਤੁਸੀਂ ਦੇਖਿਓ ਉੱਥੇ ਹੀ ਫਿਰ ਖੜੇ ਹੋਏਗੀ, ਉਸੇ ਜਗ੍ਹਾ ਤੇ ਜਿੱਥੋਂ ਉਹ ਕਹਿੰਦੇ ਮੈਂ ਅਸਤੀਫਾ ਦੇ ਦਿੱਤਾ ਆ। ਸੋ ਤੇ ਅੱਗੇ ਇਹਨਾਂ ਨੇ ਆਪਣੇ ਕੋਈ ਵਾਅਦੇ ਤਾਂ ਨਿਭਾਏ ਨਹੀਂ ਹੈਗੇ, ਤੇ ਅਸੀਂ ਇਹਨਾਂ ਤੇ ਕਿਵੇਂ ਯਕੀਨ ਕਰੀਏ ਕਿ ਵਾਅਦੇ ਨਿਭਾਉਣਗੇ? ਚਾਹੇ ਉਹ ਬਾਦਲ ਸਰਕਾਰ ਹੋਏ, ਤੇ ਚਾਹੇ ਉਹ ਕਾਂਗਰਸ ਹੋਏ, ਤੇ ਚਾਹੇ ਉਹ ਆਪ ਹੋਏ। ਕੇਜਰੀਵਾਲ ਜੀ ਦਾ ਮੇਰੇ ਖਿਆਲ ਦੇ ਵਿੱਚ ਹਜੇ ਤੱਕ ਉਹਨਾਂ ਦਾ ਕੋਈ ਵੀ ਇਹਦੇ ਤੇ ਸਮਰਥੀਕਰਨ ਨਹੀਂ ਹੈਗਾ, ਉਹਨਾਂ ਨੇ ਕੋਈ ਵੀ ਗੱਲਬਾਤ ਨਹੀਂ ਕੀਤੀ ਮੇਰੇ ਖਿਆਲ ਚ ਪ੍ਰੀਤ ਜੀ, ਹਨਾ? ਨਹੀਂ, ਆਮ ਆਦਮੀ ਪਾਰਟੀ ਇਹਦੇ ਵਿੱਚ ਨਾਲ ਸਾਥ ਦੇ ਰਹੀ ਹੈ, ਐਸਾ ਦੀ ਗੱਲ ਨਹੀਂ ਰੋਜੀ। ਮੈਂ ਜਦ ਤੱਕ ਸੁਣਨ ਵਿੱਚ ਆਇਆ ਆਮ ਆਦਮੀ ਪੂਰੀ ਸਪੋਰਟ ਕਰ ਰਹੀ ਹੈ। ਤੇ ਕੇਜਰੀਵਾਲ ਸਾਹਿਬ ਜੀ ਦਾ ਕੋਈ ਬਿਆਨ ਆਇਆ ਪ੍ਰੀਤ ਜੀ? ਮੈਨੂੰ ਹਜੇ ਤੱਕ ਪਤਾ ਨਹੀਂ ਲੱਗਿਆ, ਵੈਸੇ ਤੁਸੀਂ ਹੁਣ ਮੈਨੂੰ ਦੱਸੋਗੇ ਤਾਂ ਮੈਨੂੰ ਪਤਾ ਲੱਗ ਜਾਏਗਾ। ਕੇਜਰੀਵਾਲ ਸਾਹਿਬ ਨੇ ਕੋਈ ਬਿਆਨ ਦਿੱਤਾ? ਅੱਜ ਦੀ ਘੜੀ ਦੇ ਵਿੱਚ ਤਾਂ ਮੈਂ ਨਹੀਂ ਹਜੇ ਸੁਣਿਆ, ਪਰ ਉਹਨਾਂ ਦੀ ਜਿੰਨੇ ਵੀ ਜਿੱਦਾਂ ਭਗਵੰਤ ਮਾਨ ਜੀ ਹੈਗੇ ਨੇ, ਹੋਰ ਸਭ ਮਿਲ ਜੁਲ ਕੇ ਧਰਨੇ ਵੀ ਲਗਾ ਰਹੇ ਨੇ, ਸਾਥ ਵੀ ਦੇ ਰਹੇ ਨੇ।
ਸੋ ਉਹੀ ਸਾਰੀ ਰਿਪੋਰਟ ਸਾਡੀ ਟੀਮ ਨਾਲ ਜੁੜ ਕੌਣ ਕੀ ਕਰ ਮੇਰਾ ਕਹਿਣ ਦਾ ਮਤਲਬ ਸਿਰਫ ਭਗਵੰਤ ਮਾਨ ਜੀ ਤਾਂ ਆਪਣੇ ਪੰਜਾਬ ਦੇ ਨੇ, ਕੇਜਰੀਵਾਲ ਸਾਹਿਬ ਜੀ ਉਹ ਨੇ ਜਿਹੜੇ ਦਿੱਲੀ ਤੋਂ ਆ ਕੇ ਕਹਿੰਦੇ ਸੀ ਮੈਂ ਪੰਜਾਬ ਦਾ ਪੂਤ ਹੂੰ। ਹੁਣ ਪੰਜਾਬ ਦਾ ਜਿਹੜਾ ਪੁੱਤਰ ਜਿਹੜਾ ਉਸ ਵੇਲੇ ਪੰਜਾਬ ਪਹੁੰਚ ਗਿਆ ਸੀ ਜਦੋਂ ਇਲੈਕਸ਼ਨ ਸੀਗੀ, ਵੋਟਾਂ ਲੈਣੀਆਂ ਸੀ, ਹੁਣ ਅੱਜ ਪੰਜਾਬ ਕਿਉਂ ਨਹੀਂ ਪਹੁੰਚੇ? ਅੱਜ ਜੇ ਪੰਜਾਬ ਨੂੰ ਅੱਜ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਉੱਥੇ ਤੱਕ ਲੈ ਕੇ ਆਉਣਾ ਚਾਹੀਦਾ ਸੀ। ਸਾਡੀ ਗੱਲ ਰੱਖਣੀ ਚਾਹੀਦੀ ਸੀ। ਜਿੱਦਣ ਇਹ ਬਿੱਲ ਪਾਸ ਹੋਇਆ, ਕੇਜਰੀਵਾਲ ਸਾਹਿਬ ਨੂੰ ਵੀ ਇਸ ਬਿੱਲ ਦਾ ਪਤਾ ਹੋਏਗਾ ਪਾਸ ਹੋਣ ਜਾ ਰਿਹਾ, ਉਦੋਂ ਕੇਜਰੀਵਾਲ ਸਾਹਿਬ ਨੇ ਸਾਰਿਆਂ ਨੂੰ ਕਿਉਂ ਨਹੀਂ ਕਿਹਾ ਭਾਈ ਇਹ ਬਿੱਲ ਪਾਸ ਹੋਣ ਜਾ ਰਿਹਾ? ਸਾਰੀ ਰਾਜਿੰਦਰ ਜੀ ਉਹੀ ਆ ਜਾਂਦੀ ਤੁਹਾਡੀ ਕਿ ਜਦੋਂ ਬਿੱਲ ਪਾਸ ਹੋਇਆ ਸਾਰਿਆਂ ਦੇ ਸਿਗਨੇਚਰ ਹੋਏ, ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਹੋਇਆ। ਕੋਈ ਵੀ ਸਰਕਾਰ ਇਕੱਲੇ ਬੰਦਾ ਕੋਈ ਵੀ ਨਹੀਂ ਕਰ ਸਕਦਾ ਕੁਝ। ਜੇ ਆਪਾਂ ਮੋਦੀ ਪਰ ਕਿਸਾਨਾਂ ਨੂੰ ਕਿਉਂ ਨਹੀਂ ਪਤਾ ਲੱਗਾ ਇਸ ਗੱਲ ਦਾ? ਕਿਸਾਨਾਂ ਨੂੰ ਕਿਉਂ ਨਹੀਂ ਦੱਸਿਆ? ਇਹਨਾਂ ਨੇ ਉਸ ਟਾਈਮ ਕਿਉਂ ਨਹੀਂ ਇਸ ਚੀਜ਼ ਦੀ ਕੇਅਰ ਕੀਤੀ? ਹੁਣ ਤਾਂ ਜੋ ਮਰਜ਼ੀ ਨਕਲੀ ਕਹਿੰਦੇ ਮਗਰਮੱਛ ਦੇ ਅਥਰੂ ਬਹਾ ਲੈਣ, ਉਹ ਕੋਈ ਫਾਇਦਾ ਹੀ ਨਹੀਂ ਹੈ ਨਾ। ਤੇ ਪਰ ਚਲੋ ਦੇਖਦੇ ਹਾਂ ਅੱਜ ਕੀ ਬਣਦਾ, ਕੌਣ ਮੈਦਾਨ ਦੇ ਵਿੱਚ ਇਹਨਾਂ ਦੇ ਵਿੱਚੋਂ ਨਿੱਤਰਦਾ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਹਿਮਾਇਤੀ ਦੱਸਦੇ ਆ। ਦੇਖਦੇ ਹਾਂ ਕਿ ਕਿੰਨਾ ਕੁ ਸਹਿਯੋਗ ਕਰਦੇ ਆ, ਕੀ ਕਰਦੇ ਆ ਨਾਲ। ਪਰਮਾਤਮਾ ਕਰੇ ਸਾਨੂੰ ਕਾਮਯਾਬੀ ਮਿਲੀ। ਅਸੀਂ ਤਾਂ ਇਹ ਦੁਆ ਕਰਦੇ ਵੀ ਕਿਸੇ ਦੇ ਨਾਲ ਹੀ, ਕਿਸੇ ਦੇ ਸਹਿਯੋਗ ਦੇ ਨਾਲ ਹੀ ਸਹੀ ਵਾਰ ਸਾਡੇ ਪੰਜਾਬ ਦਾ ਭਲਾ ਹੋਵੇ, ਸਾਡੇ ਕਿਸਾਨ ਵੀਰਾਂ ਦਾ ਭਲਾ ਹੋਵੇ, ਕਿਉਂਕਿ ਉਹਨਾਂ ਦੇ ਭਲੇ ਦੇ ਵਿੱਚ ਸਾਡਾ ਭਲਾ ਹੈ ਜੀ। ਕੱਲਾ ਪੰਜਾਬ ਹੀ ਨਹੀਂ ਜੀ ਪ੍ਰੀਤ ਜੀ, ਤੁਸੀਂ ਦੇਖੋ ਸਾਡਾ ਕਿਸਾਨ ਜਿਹੜਾ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਆ, ਸਾਡਾ ਕਿਸਾਨ ਹਰਿਆਣੇ ਵਿੱਚ ਵੀ ਆ, ਸਾਡਾ ਕਿਸਾਨ ਪਟਨੇ ਵਿੱਚ ਵੀ ਆ, ਸਾਡਾ ਕਿਸਾਨ ਹਰ ਜਗ੍ਹਾ ਦੇ ਵਿੱਚ ਬੈਠਾ ਆ। ਕਿਉਂਕਿ ਕੱਲਾ ਪੰਜਾਬ ਨਹੀਂ, ਸਾਨੂੰ ਹਰ ਜਗ੍ਹਾ ਦੀ ਪੂਰੇ ਸਾਨੂੰ ਆਪਣੇ ਭਾਰਤ ਦੇ ਕਿਸਾਨਾਂ ਦੀ ਫਿਕਰ ਹੈ ਕਿ ਸਾਡੇ ਪੂਰੇ ਪੰਜਾਬ ਦੇ ਜਿਹੜੇ ਭਾਰਤ ਦੇ ਕਿਸਾਨ ਹੈ ਉਹ ਕਿੱਥੇ ਜਾਣਗੇ। ਅੱਗੇ ਕਿੰਨੀਆਂ ਆਤਮ ਹੱਤਿਆ ਹੋਈਆਂ ਨੇ, ਹੁਣ ਹੋਰ ਜ਼ਿਆਦਾ ਹੋਣਗੀਆਂ ਜੇ ਬਿੱਲ ਪਾਸ ਹੋ ਗਿਆ ਤਾਂ। ਹਾਂਜੀ, ਆਪਣੇ ਨਾਲ ਪਰਮਦੀਪ ਜੀ ਜੁੜ ਚੁੱਕੇ ਨੇ ਮਾਨਸਾ ਤੋਂ। परमदीप जी ਤੁਹਾਨੂੰ ਟਰਾਈ ਕਰ ਰਹੀ ਹਾਂ ਨਾਲ ਕੋ ਹੋਸਟ ਲੈਣ ਵਾਸਤੇ ਤੇ आई थिंक करते थे जागते रहो। अब चौकीदार पूरे हिंदुस्तान के सरकारी बैंकों का पैसा अमीरों को देके कहते हैं भागते रहो। हम तो सोचे थे चौकीदार निकलेगा चौकन्ना, ये निकला बिल्कुल निकम्मा। और आज मोदी साहब जाने जाएंगे पकौड़ा योजना और भगौड़ा योजना के लिए, और खुद भगौड़े हो गए, मुद्दों से भाग रहे हैं। एक मिनट रुक जाइए, मुद्दों से भाग रहे हैं। अब 2 करोड़ नौकरियों की बात नहीं होती, अब गंगा साफ करने की बात नहीं हो रही, उन 364 संकल्पों की बात नहीं हो रही, 15 लाख रुपए जो गरीब की जेब में डालने थे उनकी बात नहीं हो रही। अब राष्ट्रवाद की शरण में चले गए हैं मोदी जी। और राष्ट्रवाद, ये कह सकते हैं राष्ट्रवाद जिन्होंने सारी सरकारी कंपनियां मार के अंबानी और अडानी को लुटा दी। मैं डंके की चोट पे कहता हूं कि इन्होंने BSNL को मार के 5,50,000 करोड़ रुपए की कंपनी का जो कॉन्ट्रैक्ट है 4G जो सरकारी होना चाहिए था, सरकार को मुनाफा आना चाहिए था, वो जियो दंदनादन को दे दिया। और फोटो खिंचाई, एडवर्टाइजमेंट की, दन। नोटबंदी रात को अनाउंस की, सवेरे पेटीएम के साथ फोटो खिंचाई। आज मोदी जी को बताना चाहता हूं, राष्ट्रवाद की बात करते हो मोदी साहब, तो सुनो, इस देश के ऊपर 64 साल में 50 लाख करोड़ रुपया कर्जा था। तुम्हारे 4.5 साल में 32 लाख करोड़ कर्जा बढ़ा दिया तुमने। पहले एक साल में औसतन 60 से 70 हजार करोड़ रुपया कर्जा बढ़ता था। अब तुम्हारे इस कार्यकाल में 6 लाख से ऊपर प्रति साल भारत के सर के ऊपर कर्जा बढ़ रहा है। तुमने बड़ी बड़ी संस्थाएं DRDO, HAL जो फौज के निर्माण के लिए मशहूर मानी जाती थी, जिन्होंने पृथ्वी बनाई, जिन्होंने आकाश बनाई, ये सब मिसाइल्स हैं, जिन्होंने अग्नि बनाई, उनके हक को मार के 60 हजार करोड़ के कॉन्ट्रैक्ट तुमने अंबानी और अडानी को दे दिए। मिसाइल बनाने के कॉन्ट्रैक्ट तुमने अंबानियों को दे दिया, अडानियों को दे दिया। तुमने इनको 1240 एकड़ जमीन 40 करोड़ की दी सीमेंट प्लांट लगाने के लिए, और इन्होंने 5,000 करोड़ की बेच दी बगैर सीमेंट प्लांट लगाए।
तुम इन बातों से मुकरते हो। 17 लाख करोड़ रुपया एनपीए हो गया है कि सरकारी बैंकों का पैसा लेके अमीर भाग गए। सुप्रीम कोर्ट ने बाजू मरोड़ के सारा श्री से पैसे लिए वापस। सुप्रीम कोर्ट ने ही अंबानी को घूरा, अंबानी ने 5,000 करोड़ वापस किए। क्या बात है कि 17 लाख करोड़ रुपए लेके ये चले गए। सिर्फ सरकारी बैंक ही है, प्राइवेट बैंक से 10% रुपया गया है। दोनों पार्टियों ने कर्जे माफ किए हैं। तुमने अमीरों के 3,25,000 करोड़ माफ किए इंसेंटिव के नाम पे, और कांग्रेस ने 72,000 करोड़ रुपया गरीब किसानों का माफ किया है। तुम बात करते हो राष्ट्रभक्ति की। ये आंकड़े हैं मेरे पास मोदी साहब, ये आंकड़े हैं मेरे पास। पेटीएम मुनाफे में एसबीआई डूब रहा है, जियो मुनाफे में बीएसएनएल डूब रहा है, प्राइवेट एयरलाइन मुनाफे में और इंडियन एयरलाइंस डूब रही है। तुम बता दो। तुम ही कहते थे ना खाऊंगा ना खिलाऊंगा। अरे जम के खाया और डट के खिलाया। तुमने ठोक के लूटा और किसी ने विरोध किया तो तुमने डट के कूटा। तुमने लोकतंत्र को डंडा तंत्र बना दिया, गुंडा तंत्र बना दिया, ट्रोल तंत्र बना दिया, भय तंत्र बना दिया। भय के ऊपर राज कर रहे हो तुम। पहले हिंदुस्तान गोरे अंग्रेजों से लड़ा था जो इस देश को डिवाइड करते थे और राज करते थे। और ये देश वोट डालेगा काले अंग्रेजों से मुक्त होने के लिए। तुमने इस देश को अमीरों का गुलाम बना दिया। 99% घरों के बाहर चौकीदार नहीं खड़ा होता। नहीं, अभी मेरे बोलने की बारी है गुरु। पहले ये जवाब दें, ये जवाब दें इन बातों का। इन बातों का कोई जवाब हो। तुमने और तो और जो नौकरियां भी थी उनका ठेका भी अंबानियों को दे दिया, क्योंकि अंबानियों ने जो भी कॉन्ट्रैक्ट लिए उसकी मैन्युफैक्चरिंग जाके चाइना में करवाई, क्योंकि चाइना में सस्ता बनता है। हजारों लोग बेरोजगार के शिकार हो गए। हजारों लोग, करोड़ों लोग, 1,10,00,000 नौकरियां गई। तुमने कहा मेरी 8.2 जीडीपी है और नौकरी 8.2 जीडीपी में सिर्फ 8 लाख 5 साल में। तुमने कहा था 2 करोड़ 1 साल में। और ये कैसे हो गया कि चाइना की जीडीपी 6.2 है और चाइना 65 मिलियन जॉब दे रहा है 5 साल में। एक दिन में 35,000 नौकरी दे रहा है और वो भी तुम वहां से मैन्युफैक्चरिंग करा रहे हो। अरे कहां की राष्ट्रभक्ति है तुम्हारी। देश को बांट रहे हो मंदिर के नाम पे, मस्जिद के नाम पे। फौज को तुमने इलेक्शन का जरिया बना लिया। मोदी जी की आर्मी। पहले आतंकी हमले होते थे तो हुजूर इस्तीफे देते थे। शिवराज पाटिल साहब ने दिया, विलासराव देशमुख जी ने दिया। अब आतंकी हमले होते हैं तो तुम वोट मांगते हो। क्या ये तुम्हारी राष्ट्रभक्ति है? आओ मोदी साहब, मैदान में आके लोगों को भटकाओ मत, मुद्दों से परे मत करो। आके रोजगार की बात करो। न मंदिर की बात हो, न मस्जिद की बात हो। प्रजा बेरोजगार है, पहले निवालों की बात हो, किसान की पगड़ी की बात हो, औरत के सम्मान की बात हो, गरीब की रोटी की बात हो। ना राम मिला, ना रोजगार मिला। हर गली में मोबाइल चलाता हुआ एक बेरोजगार मिला। और आज मैं डंके की चोट पे आपको कह रहा हूं, तुझे फकीर कहूं या गंगा, तुझे फकीर कहूं या गंगा, तुझे भाषण वीर कहूं या दंगा। अरे तेरे रूप अनेक हैं भैया, तू बहरूपिया रंग बिरंगा। बहरूपिया हो, मुखौटा उतर गया है। पूरे ब्रह्मांड में शोर है कि जमीन पे ही नहीं, आकाश और पाताल में भी चौकीदार चोर है। मिसाइलों का तुमने ठेका इनको दे दिया है। जमीनें तुमने बेच डाली, बैंक तुमने लूट डाले, सरकारी कंपनियां तुमने बंद कर दी और अब तुम राष्ट्रवाद की शरण में जाते हो। भक्तों को लगता है कि 2014 के पहले हिंदुस्तान था ही नहीं। एक रेलवे स्टेशन था और एक चाय की दुकान थी। मोदी जी ने खोद के निकाला हिंदुस्तान। जब तुम पैदा नहीं हुए थे तो संविधान रच दिया था अंबेडकर साहब ने। जब तुम चड्डी में थे मोदी साहब तो यान चले गए थे अंतरिक्ष में, भाखड़ा डैम बन गया था, ग्रीन रेवोल्यूशन आ गई थी, व्हाइट रेवोल्यूशन आ गई थी। बंद करो अपना कूड़ प्रचार और ना जाओ अब तुम शरण में
राष्ट्रवाद के, क्योंकि तुम राष्ट्र विरोधी हो, राष्ट्रभक्त किसी तरह से भी नहीं हो तुम। भाई साहब ये बताएं कि राजीव गांधी ने ਪ੍ਰੀਤ ਰਾਮਾ ਦਾ ਸੋਸ਼ਲ ਮੀਡੀਆ ਪੇਜ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਪਟਿਆਲੇ ਤੋਂ ਲਾਈਵ ਹਾਂ। ਕਿਸਾਨ ਧਰਨੇ ਦਾ ਪਟਿਆਲੇ ਵਿੱਚ ਪੂਰਨ ਤੌਰ ਤੇ ਹੁੰਗਾਰਾ ਮਿਲਿਆ। ਪੂਰਾ ਪਟਿਆਲਾ ਤਕਰੀਬਨ ਬੰਦ ਹੈ, ਸੜਕਾਂ ਖਾਲੀ ਪਈਆਂ ਨੇ। ਤੁਸੀਂ ਪਟਿਆਲੇ ਦਾ ਨਜ਼ਾਰਾ ਦੇਖ ਰਹੇ ਹੋ। ਇੱਕਾ ਦੁੱਕਾ ਵਾਹਨ ਤੋਂ ਇਲਾਵਾ ਪਟਿਆਲੇ ਦੀ ਇਹ ਮੇਨ ਸੜਕ ਹੈ, ਸ਼੍ਰੀ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਕੋਲ ਦਾ ਨਜ਼ਾਰਾ ਹੈ। ਕਿਸਾਨ ਸੰਘਰਸ਼ ਨੂੰ ਪੂਰਾ ਹੁੰਗਾਰਾ ਮਿਲਿਆ ਪਟਿਆਲੇ ਦੇ ਵਿੱਚ। ਅਸੀਂ ਉਸ ਜਗ੍ਹਾ ਤੇ ਜਾ ਰਹੇ ਹਾਂ ਜਿੱਥੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ, ਪਰ ਉਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਮਿਲੇ ਹੁੰਗਾਰਿਆਂ ਨੂੰ ਦਿਖਾ ਰਹੇ ਹਾਂ। ਸੜਕਾਂ ਤੇ ਇੱਕਾ ਦੁੱਕਾ ਵਾਹਨ ਤੋਂ ਇਲਾਵਾ ਕੁਝ ਨਹੀਂ ਦਿਖਾਈ ਦੇ ਰਿਹਾ। ਲੋਕਡਾਊਨ ਦੇ ਦੌਰਾਨ ਜਿਵੇਂ ਕਰਫਿਊ ਲੱਗਿਆ ਗਿਆ ਸੀ, ਉਹੋ ਜਿਹਾ ਹੀ ਮਾਹੌਲ ਦੇਖਿਆ ਜਾ ਰਿਹਾ ਪਟਿਆਲੇ ਦੇ ਵਿੱਚ। ਇੱਕ ਵਾਰੀ ਮੈਂ ਫਿਰ ਦੱਸਾਂਗਾ, ਅਸੀਂ ਪਟਿਆਲੇ ਦੇ ਵਿੱਚ ਬੱਸ ਸਟੈਂਡ ਵਾਲੀ ਸੜਕ ਵੱਲ ਜਾ ਰਹੇ ਹਾਂ। ਇਸ ਸੜਕ ਦੇ ਉੱਤੇ ਰੋਜ਼ਾਨਾ ਲੱਖਾਂ ਵਾਹਨ ਗੁਜ਼ਰਦੇ ਨੇ ਤੇ ਮੇਨ ਸੜਕ ਹੈ ਪਟਿਆਲੇ ਦੀ, ਜਿਸ ਰਾਹੀਂ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਨੂੰ ਇਹ ਰੂਟ ਜਾਂਦਾ ਹੈ। रेलवे भी हालांकि आवाजाही पहला तो कोरोना करके ठप सी, पर फिर भी तुसी पटियाले दे रेलवे स्टेशन का नज़ारा देख रहे हो। अगे चौक विच धरना दिता गया। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਟਿਆਲੇ ਦੇ ਬੱਸ ਸਟੈਂਡ ਚੌਂਕ ਦੇ ਵਿੱਚ ਧਰਨਾ ਲਾਇਆ ਗਿਆ, ਜਿਹਦੇ ਵਿੱਚ ਹਾਲਾਂਕਿ ਥੋੜਾ ਹੀ ਇਕੱਠ ਹੈ, ਪਰ ਜਿਵੇਂ ਜਿਵੇਂ ਟਾਈਮ ਅੱਗੇ ਲੰਘ ਰਿਹਾ ਇਕੱਠ ਵੱਧਦਾ ਜਾ ਰਿਹਾ। ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਉਹ ਸੰਬੋਧਨ ਕਰਨ ਲੱਗੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ। ਅਸੀਂ ਤੁਹਾਨੂੰ ਲਾਈਵ ਨਜ਼ਾਰਾ ਦਿਖਾ ਰਹੇ ਹਾਂ ਪਟਿਆਲੇ ਦਾ। ਸਰਕਾਰ ਦਾ ਰਾਜ ਰਿਹਾ ਤੇ ਪੰਜਾਬ ਦੀ ਦੁਰਦਸ਼ਾ ਬਣਾ ਕੇ ਅੱਜ ਰਹਿੰਦੀ ਸੰਦੀ ਕਸਰ ਇਸ ਸੈਂਟਰ ਦੇ ਕਾਲੇ ਕਾਨੂੰਨ ਨੂੰ ਵੀ ਕੱਢ ਦਿੱਤੀ। ਸਾਰੇ ਭੁੱਲਿਆ ਕਿ ਪੰਜਾਬ ਨੇ ਹਿੰਦੁਸਤਾਨ ਨਾਲ ਢਿੱਡ ਭਰਿਆ। ਪੰਜਾਬ ਨੇ ਅੰਨਦਾਤਾ ਖਾਂਦਾ ਪੰਜਾਬ ਹਿੰਦੁਸਤਾਨ ਦਾ। ਜਦੋਂ ਸੋਕਾ ਪੈਂਦਾ ਸੀ ਮਾਰ ਹੁੰਦੀ ਸੀ ਕਿ ਪੰਜਾਬ ਦੇ ਕਰਨੋਂ ਇਹਨਾਂ ਭਰ ਕੇ ਚਲਾਉਂਦੇ ਸੀ, ਤੱਕ ਭਰ ਕੇ ਚਲਾਉਂਦੇ ਸੀ ਅੰਨ ਦੇ, ਤਾਂ ਕਿ ਉੱਥੇ ਕੋਈ ਸਾਡਾ ਹਿੰਦੁਸਤਾਨੀ ਭਰਾ ਸਾਡਾ ਕੋਈ ਜਿਹੜਾ ਹੈ ਭੁੱਖਾ ਨਾ ਰਹਿ ਜਾਵੇ। ਤੇ ਅੱਜ ਉਸਨੇ ਇਹ ਫਲ ਦਿੱਤਾ ਸੱਤਾ ਦੇ ਵਿੱਚ ਆਈ ਹੋਈ ਸਰਕਾਰ ਨੇ ਕਿ ਅੱਜ ਕਿਸਾਨ ਨੂੰ ਮਾਰਨਾ ਹੀ ਜਿਹੜਾ ਹੈ ਇਹ ਬਿੱਲ ਪਾਸ ਕਰ ਦਿੱਤਾ। ਪੰਜਾਬ ਸੋਨੇ ਦੀ ਮੁਰਗੀ ਹੈ। ਲੱਖ ਨੇ ਹਿੰਦੁਸਤਾਨ ਦੇ ਇੱਥੇ ਸਿਰੇ ਵਜ਼ੀਰ ਨੇ। ਪੰਜਾਬ ਹਿੰਦੁਸਤਾਨ ਦੀ ਸੋਨੇ ਦੇ ਵਾਲੀ ਮੁਰਗੀ ਹੈ। ਤੁਸੀਂ ਇਹ ਮੁਰਗੀ ਕੱਢ ਦਿੱਤੀ, ਅੰਡੇ ਕਿੱਥੋਂ ਲਓਗੇ? ਐਮਸੀ ਉਹਨਾਂ ਦਾ ਹਾਊਸਾ ਮਿਊਨਿਸਪਲ ਕਾਉਂਸਲ ਉਹਨੂੰ ਕਹਿੰਦੇ ਨੇ ਇੱਕ ਵਾਰੀ ਜਿਹੜਾ ਭਾਈ ਅਸਤੀਫਾ ਦੇ ਦੇ,
ਉਹਨੇ ਅਸਤੀਫਾ ਦਿੰਦਾ, ਪੰਚਾਇਤ ਦਾ ਪੰਚ ਅਸਤੀਫਾ ਨਹੀਂ ਦਿੰਦਾ। ਤੇ ਹਿੰਦੁਸਤਾਨ ਦੇ ਦਰਬਾਰ ਨੂੰ, ਹਿੰਦੁਸਤਾਨ ਦੀ ਹਜ਼ਾਰੇ ਨੂੰ ਠੋਕਰ ਮਾਰ ਕੇ ਆਉਣ ਵਾਲੀ ਭੈਣ ਸਾਡੀ ਬੀਬਾ ਹਰਸਿਮਰਤ ਕੌਰ ਬਾਦਲ। ਇਸ ਤੋਂ ਵੱਡਾ ਪੰਜਾਬ ਵਿੱਚ ਦਾ ਕੀ ਸਬੂਤ ਹੋ ਸਕਦਾ ਹੈ? ਅੱਜ ਬੋਲਤੀ ਬੰਦ ਹੋ ਗਈ, ਜਿਹੜੇ ਟਿੱਚਰਾਂ ਕਰਦੇ ਸੀ ਅੱਜ ਬੜੇ ਆਪਣੇ ਆਪਣੀ ਖੁਦਾਂ ਦੇ ਵਿੱਚ ਜਿਹੜੇ ਸਵਾਲ ਕਰਦੇ ਸੀ, ਜਦੋਂ ਆਇਆ ਸਮਾਂ ਤੇ ਫਿਰ ਜਵਾਬ ਵੀ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ। ਅੱਜ ਜਿਹਨੇ ਦਸ ਦਿੱਤਾ, ਸਬੂਤ ਪੇਸ਼ ਕਰਤਾ, ਪ੍ਰਕਾਸ਼ ਨੂੰ ਅੱਜ ਸਾਡਾ ਸਾਹਮਣੇ ਆ ਗਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਤੂੰ ਹੀ ਪੰਜਾਬ ਦੀ ਧੀ ਹੈ, ਤੂੰ ਹੀ ਕਿਸਾਨ ਦੀ ਭੈਣ ਹੈ। ਇਹ ਸਾਡੇ ਚਰਨਾਂ 'ਚ ਬੇਨਤੀ ਹੈ, ਸਾਹਿਬ ਬੁਲਾਰਿਆਂ ਨੇ ਬੜੀ ਦਲੀਲ ਨਾਲ ਤੇ ਸਿਰਲੇ ਨਾਲ ਅਸੀਂ ਆਪਣੇ ਇਸ ਮੰਚ ਤੋਂ ਇਹ ਗੱਲ ਪਹੁੰਚਾਉਣੀ ਹੈ ਕਿ ਕਿਸਾਨ ਦੇ ਕੰਨਾਂ ਤੱਕ ਇਹ ਬਜਾਏ ਸ਼ਹਿਰ ਦਾ ਵਪਾਰੀ, ਸ਼ਹਿਰ ਦਾ ਕਰਮਚਾਰੀ ਅੱਜ ਤੁਹਾਡੇ ਨਾਲ, ਅਸੀਂ ਤੁਹਾਡੇ ਨਾਲ ਇਸ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ। ਗ੍ਰਿਫਤਾਰੀਆਂ ਵੀ ਦਿੱਤੀਆਂ ਸਾਡੇ ਪਰਿਵਾਰਾਂ ਨੇ, ਜੇਲਾਂ ਵੀ ਕੱਟੀਆਂ ਸਾਡੇ ਪਰਿਵਾਰਾਂ ਨੇ। ਤੇ ਸਮਾਂ ਆ ਗਿਆ ਮੋਦੀ ਸਰਕਾਰ ਸਾਨੂੰ ਫਿਰ ਕਲਮ ਚਲਾਉਣ ਦਾ ਜਜ਼ਬਾ ਹੀ ਨਹੀਂ ਰੱਖਦੇ। ਹਾਂਜੀ ਹਰਪਾਲ ਜੀ, ਸਤਿ ਸ਼੍ਰੀ ਅਕਾਲ। हाँ जी, सच क्या मैडम? ਜਰਾ ਕਿ ਸਾਰੇ हाँ जी मैडम, मैं ਤੁਹਾਡੇ ਨਾਲ ਆਪਣੀ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਗੜ੍ਹਦੀਵਾਲਾ ਕਸਬੇ ਦੀ ਜਿਹੜੀ ਇਸ ਵੇਲੇ ਮੌਜੂਦਾ ਸਥਿਤੀ ਹੈਗੀ ਆ ਉਹਦੇ ਬਾਰੇ ਜਿਹੜੀ ਹੈਗੀ ਆ ਉਹ ਗੱਲ ਕਰਨੀ ਚਾਹਾਂਗਾ। ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਮੈਂ ਇਸ ਵੇਲੇ ਜੋ ਸਾਡੇ ਕਿਸਾਨ ਸਾਥੀ ਭਰਾ ਸਾਡੇ ਜਿਹੜੇ ਉਹ ਧਰਨੇ ਤੇ ਬੈਠੇ ਹੋਏ ਆ ਉਹਨਾਂ ਦਾ ਥੋੜਾ ਜਿਹਾ ਤੁਹਾਨੂੰ ਮੈਂ ਜਿਹੜਾ ਹੈਗਾ ਉਹ ਦ੍ਰਿਸ਼ ਜਿਹੜਾ ਹੈਗਾ ਉਹ ਦਿਖਾ ਦੇਵਾਂ। ਸੋ ਪਹਿਲਾਂ ਮੈਂ ਉਹਨਾਂ ਦੇ ਨਾਲ ਜੋ ਵੀ ਇਸ ਵੇਲੇ ਚੱਲ ਰਿਹਾ ਹੈਗਾ ਉਹਦੀ ਮੈਂ ਤੁਹਾਨੂੰ ਜਿਹੜਾ ਹੈਗਾ ਉਹ ਦਿਖਾ ਰਿਹਾ ਜੀ। ਸਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ। ਇਹਨਾਂ ਨੇ ਕਿਲੋਵਾਟ ਦੇ ਵਿੱਚ ਹਾਰਸ ਪਾਵਰ ਦੇ ਵਿੱਚ ਆਪਣਾ ਸਾਡੀ ਬਿਲਿੰਗ ਦੇਖ ਕੇ ਨਹੀਂ ਕਰ ਰਹੀਆਂ। ਜਿੱਥੇ ਤੱਕ ਮੈਨੂੰ ਪਤਾ, ਜਿੱਥੇ ਤੱਕ ਮੈਨੂੰ ਇਸ ਗੱਲ ਦਾ ਪਤਾ ਵੀ 800 ਰੁਪਏ ਹਾਰਸ ਪਾਵਰ ਜੋ ਮੋਟਰਾਂ ਦਾ ਬਿੱਲ ਛੱਡਦੇ, ਇੱਕ ਹਾਰਸ ਪਾਵਰ ਦਾ 800 ਰੁਪਇਆ ਤੁਸੀਂ ਆਪਣੀਆਂ ਮੋਟਰਾਂ ਨੂੰ ਲਾ ਲਓ ਸਾਹਿਬ ਵੀ ਤੁਹਾਡੇ ਕੋਲ ਕਿੰਨੀਆਂ ਮੋਟਰਾਂ, ਕਿੰਨੀ ਹਾਰਸ ਪਾਵਰ ਪੈਂਦੀ ਹੈ, ਜੋੜ ਲਿਓ। ਘਰਾਂ ਦਾ ਬਿੱਲ, ਤੁਹਾਡੇ ਘਰ ਦਾ ਕਿੰਨਾ ਕਿਲੋਵਾਟ ਬਿੱਲ ਆ ਉਹ ਵੀ 800 ਰੁਪਏ ਦੇ ਹਿਸਾਬ ਨਾਲ, ਕੋਈ ਨਹੀਂ ਕੋਈ, ਉਹ ਵੀ 800 ਰੁਪਏ ਦੇ ਹਿਸਾਬ ਨਾਲ ਤੁਸੀਂ ਲਾਓ ਸਾਹਿਬ। ਤੁਸੀਂ ਬੇਨਤੀ ਕਰ ਲਿਓ, ਜਿੱਥੇ ਤੱਕ ਮੈਨੂੰ ਪਿਆ ਮੈਂ ਦੱਸਦਾ, ਹੋ ਸਕਦਾ ਬਹੁਤ ਜ਼ਿਮੀਂਦਾਰ ਭਰਾ ਉਲਝੇ ਰੋਜ਼ ਅਟੈਚ ਆ ਅਖਬਾਰਾਂ ਨਾਲ, ਮੀਡੀਆ ਨਾਲ, ਉਹਨਾਂ ਨੂੰ ਇਸ ਤੋਂ ਜ਼ਿਆਦਾ ਜਾਣਕਾਰੀ ਹੋਵੇ ਤਾਂ ਉਹ ਵੀ ਜ਼ਿਮੀਂਦਾਰਾਂ ਨਾਲ ਸ਼ੇਅਰ ਕਰਨ ਕਿ ਜੇ ਉਹ 800 ਹਾਂਜੀ ਮੈਡਮ। ਹਾਂਜੀ ਮੈਡਮ, ਹੌਲੀ ਹੌਲੀ ਜਿਸ ਤਰ੍ਹਾਂ ਦਿਨ ਦਾ ਚੜਾਅ ਜਿਹੜਾ ਹੈਗਾ ਉਹ ਵਧ ਰਿਹਾ ਹੈ ਤੇ ਸਾਡੇ ਜਿਹੜੇ ਕਿਸਾਨ ਸਾਥੀ ਨੇ ਤੇ ਨਾਲ ਜਿਹੜੇ ਸਾਡੇ ਇਸ ਸ਼ਹਿਰ ਦੇ ਦੁਕਾਨਦਾਰ ਨੇ ਜਾਂ ਆਮ ਲੋਕ ਨੇ ਉਹ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਆ ਉਹ ਇਹਨਾਂ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋ ਰਹੇ ਨੇ। ਤੇ ਹੌਲੀ ਹੌਲੀ ਜਿਹੜੀ ਲੋਕਾਂ ਦੀ ਗਿਣਤੀ ਹੈ ਉਹ ਵੱਧ ਰਹੀ ਹੈ ਤੇ ਇਸ ਵੇਲੇ ਮਜ਼ਦੂਰ ਯੂਨੀਅਨ ਪੰਜਾਬ ਜੋ ਹੈ ਉਹਨਾਂ ਦੇ ਬੁਲਾਰੇ ਜਿਹੜੇ ਹੈਗੇ ਆ ਉਹ ਇਹਨਾਂ ਨੂੰ ਸੰਬੋਧਨ ਕਰ ਰਹੇ ਨੇ। ਇਹਨਾਂ ਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਤੋਂ ਵੀ ਆਇਆ ਹੋਇਆ ਹੈ ਹਰਪਾਲ ਜੀ, ਕੋਈ ਕਿ ਸਿਰਫ ਆਪਣੇ ਨਹੀਂ ਮੈਡਮ, ਫਿਲਹਾਲ ਜੋ ਸਾਡੇ ਇਸ ਇਲਾਕੇ ਦੀ ਜੋ ਗੱਲਬਾਤ ਹੈ, ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜੋ ਪ੍ਰੋਗਰਾਮ ਹੈ ਉਹਨਾਂ ਦਾ ਤਕਰੀਬਨ ਜੋ ਹੈ ਉਹ 11 ਤੋਂ 1 ਵਜੇ ਤੱਕ ਦਾ ਸਮਾਂ ਆ। ਫਿਲਹਾਲ ਜਿਹੜਾ ਹੈਗਾ ਉਹ ਪੋਲੀਟੀਕਲੀ ਉਹਨਾਂ ਨੇ ਆਪਣਾ ਵੱਖਰੇ ਤੌਰ ਤੇ ਕਰਨਾ ਹੈਗਾ। ਅਦਰਵਾਈਜ਼ ਇੱਥੇ ਫਿਲਹਾਲ ਜੋ ਹੈਗਾ ਉਹ ਕਾਮਨ ਰੂਪ ਦੇ ਵਿੱਚ ਸਾਰੇ ਜਿਹੜੇ ਮਿਲ ਜੁਲ ਕੇ ਇਕੱਠੇ ਹੋ ਕੇ ਬੈਠੇ ਨੇ। ਔਰ ਇੱਕ ਅੱਛੀ ਗੱਲ ਇੱਥੇ ਹੋ ਰਹੀ ਹੈਗੀ ਆ ਕਿ ਉਹਨਾਂ ਨੇ ਖੁਦ ਵੀ ਜੋ ਬੁਲਾਰੇ ਸੰਬੋਧਨ ਕਰ ਰਹੇ ਸਨ ਉਹਨਾਂ ਨੇ ਕਿਹਾ ਹੈਗਾ ਕਿ ਆਪਾਂ ਇੱਥੇ ਕੋਈ ਪੋਲੀਟੀਕਲ ਕਿਸੇ ਪਾਰਟੀ ਨੂੰ ਜਿਹੜਾ ਹੈਗਾ ਆ ਉਹਨੂੰ ਟਾਰਗੇਟ ਨਹੀਂ ਕਰਨਾ ਹੈਗਾ। ਅਸੀਂ ਜੋ ਕਾਮਨ ਸਾਡਾ ਇੱਕ ਕਾਮਨ ਗੋਲ ਹੈ ਇਸ ਵੇਲੇ, ਜੋ ਇਹ 3 ਆਰਡੀਨੈਂਸ ਜੋ ਭਾਰਤ ਸਰਕਾਰ ਨੇ ਕਿਸਾਨ ਵਿਰੋਧੀ 3 ਆਰਡੀਨੈਂਸ ਜਿਹੜੇ ਹੈਗੇ ਨੇ ਉਹ ਜਾਰੀ ਕਰਕੇ ਤੇ ਸੰਸਦ ਦੇ ਵਿੱਚ ਉਹਨਾਂ ਨੂੰ ਪਾਸ ਵੀ ਕਰ ਦਿੱਤਾ ਹੈ ਤੇ ਉਸ ਦੇ ਬਾਰੇ ਹੀ ਜਿਹੜੀ ਹੈਗੀ ਆ ਉਹ ਮੁੱਖ ਰੂਪ ਦੇ ਵਿੱਚ ਗੱਲ ਹੋ ਰਹੀ ਹੈ। ਸੋ ਇੱਥੇ ਪੋਲੀਟੀਕਲੀ ਹੋਰ ਕਿਸੇ ਵੀ ਮੁੱਦੇ ਦੇ ਉੱਤੇ ਗੱਲ ਜਿਹੜੀ ਹੈਗੀ ਆ ਉਹ
ਨਹੀਂ ਹੋ ਰਹੀ। ਨਹੀਂ, ਬਹੁਤ ਅੱਛੀ ਗੱਲ ਹੈ ਜੀ ਵੈਸੇ ਤਾਂ, ਪਰ ਮੈਂ ਤੁਹਾਨੂੰ ਇੱਕ ਸਿਰਫ ਇੱਕ ਜੇ ਤੁਸੀਂ ਜਵਾਬ ਦੇ ਸਕੋ ਤਾਂ ਮੈਨੂੰ, ਕਿਉਂਕਿ ਕਿਸੇ ਨੇ ਹੁਣੇ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਕੇਜਰੀਵਾਲ ਦਾ, ਉਹ ਇਸ ਵਕਤ ਕੁਝ ਕਰ ਰਹੇ ਨੇ, ਨਾਲ ਦੇ ਰਹੇ ਨੇ ਕਿਸਾਨਾਂ ਦਾ ਸਾਥ ਕਿ ਨਹੀਂ? ਨਹੀਂ ਮੈਡਮ, ਪੰਜਾਬ ਦੇ ਵਿੱਚ ਵੈਸੇ ਉਹਨਾਂ ਨੇ ਸਾਰੇ ਆਪਣੇ ਪ੍ਰੋਗਰਾਮ ਤਾਂ ਅਨਾਉਂਸ ਕੀਤੇ ਹੋਏ ਆ ਕਿ ਅਸੀਂ ਵੀ ਜਿਸ ਵੀ ਜਗ੍ਹਾ ਤੇ, ਜਿੱਦਾਂ ਸਾਡੇ ਇੱਥੇ ਗੜ੍ਹਦੀਵਾਲ ਹੈ, ਇੱਧਰ ਲਾਗੇ ਸਾਡੇ ਦਸੂਹਾ ਆ, ਟਾਂਡਾ ਆ, ਜਾਂ ਹੋਰ ਸਾਡੇ ਜਿਹੜੇ ਲੋਕਲ ਇਲਾਕੇ ਹੈਗੇ ਆ, ਉਹਨਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਦੀ ਸ਼ਿਰਕਤ ਬਿਲਕੁਲ ਜਿਹੜੀ ਹੈਗੀ ਆ ਉਹ ਹੈਗੀ ਆ ਜੀ। ਤੇ ਉਹ ਵੀ ਮਤਲਬ ਲੋਕਾਂ ਦੇ ਦਰ ਦੇ ਵਿੱਚ, ਕਿਸਾਨਾਂ ਦੇ ਇਸ ਦਰ ਦੇ ਵਿੱਚ ਪੂਰੀ ਤਰ੍ਹਾਂ ਨਾਲ ਸ਼ਾਮਲ ਹੈਗੇ ਆ ਜੀ। ਅੱਛਾ ਜੀ, ਤੇ ਬਿਲਕੁਲ ਉਹਨਾਂ ਦੇ ਨਾਲ ਚੱਲ ਰਹੇ ਨੇ ਜੀ। ਕੈਪਟਨ ਸਾਹਿਬ? ਹਾਂਜੀ ਮੈਡਮ, ਉਹਨਾਂ ਦਾ ਵੀ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਵੀ ਸਾਰੇ ਮਿਲ ਜੁਲ ਕੇ, ਸਾਰੇ ਇਕੱਠੇ ਹੋ ਕੇ, ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਕਿਹਾ ਹੈ ਕਿ ਕੋਈ ਇੱਕ ਇਕੱਠਾ ਜਿਹੜਾ ਹੈਗਾ ਉਹ ਸਿਰਫ ਅਕਾਲੀ ਦਲ ਨੇ ਹੀ ਥੋੜਾ ਜਿਹਾ ਅਨਾਉਂਸ ਕੀਤਾ ਹੈ ਕਿ ਉਹਨਾਂ ਨੇ ਪਾਰਟਿਕੂਲਰਲੀ ਇੱਕ ਫਿਕਸ ਟਾਈਮ ਜਿਹੜਾ ਹੈਗਾ ਉਹ ਉਹਨਾਂ ਨੇ ਰੱਖ ਕੇ, ਤੇ ਉਹ 11 ਤੋਂ 1 ਵਜੇ ਤੱਕ ਦਾ ਕੀਤਾ। ਅਦਰਵਾਈਜ਼ ਬਾਕੀ ਸਾਰੇ ਕਲੈਕਟਿਵਲੀ ਜਿਹੜੇ ਹੈਗੇ ਆ ਉਹ ਹੈਗਾ ਜੀ। ਦੋ ਸਾਈਡ ਦੇ ਉੱਤੇ ਸਾਡੇ ਜਿਹੜੇ ਦੋ ਐਂਟਰੈਂਸ ਪੁਆਇੰਟ ਹੈਗੇ ਆ ਸਾਡੇ ਇਸ ਇਲਾਕੇ ਦੇ, ਤੇ ਉਹਦੇ ਉੱਤੇ ਜਿਹੜਾ ਹੈਗਾ ਆ ਇੱਕ ਦੇ ਉੱਤੇ ਪ੍ਰੋਟੈਸਟ ਜਿਹੜਾ ਹੈਗਾ ਸ਼ੁਰੂ ਹੋ ਚੁੱਕਾ ਹੈ, ਤੇ ਦੂਸਰੇ ਉੱਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਗੱਲ ਹੋਈ ਸੀ ਤੁਹਾਡੇ ਨਾਲ ਕਿ ਹਲੇ ਉਹਦੀ ਤਿਆਰੀ ਚੱਲ ਰਹੀ ਹੈ। ਸੋ ਇਸ ਤਰ੍ਹਾਂ ਜਿਹੜਾ ਹੈਗਾ ਉਹ ਚੱਲ ਰਿਹਾ। ਚਲੋ ਹਰਪਾਲ ਜੀ, ਠੀਕ ਹੈ, ਸ਼ੁਕਰੀਆ ਤੁਹਾਡਾ, ਧੰਨਵਾਦ ਬਹੁਤ ਬਹੁਤ। ਜਿੱਦਾਂ ਤੁਸੀਂ ਸਾਈਡ ਤੇ ਪਹੁੰਚਦੇ ਹੋ ਤੇ ਪਲੀਜ਼ ਮੈਨੂੰ ਦੱਸਣਾ, ਤੇ ਆਪਾਂ ਆਪਣੇ ਦਰਸ਼ਕਾਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਸਾਰਿਆਂ ਨੂੰ ਫਿਰ ਮਿਲ ਕੇ ਇੱਕ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਦੱਸਿਆ ਸੀਗਾ ਜੀ ਕਿ ਸਾਡੇ ਇਸ ਇਲਾਕੇ ਦੇ ਬਹੁਤ ਹੀ ਅੱਛੀ ਸੰਸਥਾ, ਜਿਹੜੀ ਧਾਰਮਿਕ ਸੰਸਥਾ ਹੈ ਗੁਰਦੁਆਰਾ ਸ੍ਰੀ ਰਾਮਪੁਰ ਖੇੜਾ ਸਾਹਿਬ, तो उत्थे दे मुख सेवादार संत बाबा सेवा सिंह जी, ਉਹ ਇਹਨਾਂ ਕਿਸਾਨ ਭਰਾਵਾਂ ਲਈ ਜਾਂ ਜੋ ਵੀ ਸਾਡੇ ਇੱਥੇ ਆਮ ਲੋਕ ਇੱਥੇ ਇਕੱਤਰ ਹੋਣਗੇ, ਇਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਹੋਣਗੇ, ਸੋ ਉਹਨਾਂ ਦੇ ਲਈ ਉਹਨਾਂ ਨੇ ਜੋ ਲੰਗਰ ਦੀ ਹੈ ਉਹ ਵਿਵਸਥਾ ਜਿਹੜੀ ਹੈਗੀ ਉਹ ਕੀਤੀ ਹੈ। ਤੇ ਮੇਰਾ ਵਿਚਾਰ ਹੈ ਕਿ ਮੈਂ ਕੋਸ਼ਿਸ਼ ਕਰਦਾ ਕਿ ਜੇ ਮੈਂ ਗੁਰਦੁਆਰਾ ਸਾਹਿਬ ਜਾ ਸਕਾਂ ਤੇ ਉੱਥੇ ਜੋ ਤਿਆਰੀਆਂ ਹੋ ਰਹੀਆਂ ਲੰਗਰ ਦੀਆਂ, ਤਾਂ ਜੇ ਮੈਂ ਹੋ ਸਕਿਆ ਤਾਂ ਬਾਬਾ ਜੀ ਦੇ ਨਾਲ ਵੀ ਕੁਝ ਦੋ ਸ਼ਬਦ ਉਹਨਾਂ ਦੇ ਵੀ ਆਪਾਂ ਜ਼ਰੂਰ ਇਸ ਵਿਸ਼ੇ ਦੇ ਉੱਤੇ ਲਵਾਂਗੇ। ਔਰ ਉਹਨਾਂ ਨੇ ਆਪਣੇ ਡਿਸਟ੍ਰਿਕਟ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਜਿੰਨੀਆਂ ਵੀ ਲਾਗੇ ਇਸ ਤਰ੍ਹਾਂ ਦੀਆਂ ਪ੍ਰੋਟੈਸਟ ਹੋ ਰਹੀਆਂ, ਉਹਨਾਂ ਸਾਰਿਆਂ ਦਾ ਹਿੱਸਾ ਉਹਨਾਂ ਨੇ ਬਣਨਾ, ਉਹਨਾਂ ਨੇ ਸ਼ਿਰਕਤ ਵੀ ਕਰਨੀ ਆ। ਸੋ ਉੱਥੇ ਜਾ ਕੇ ਮੈਂ ਕੋਸ਼ਿਸ਼ ਕਰਦਾ ਕਿ ਜੇ ਬਾਬਾ ਜੀ ਦੇ ਨਾਲ ਗੱਲਬਾਤ ਹੋ ਸਕੇ, ਤੇ ਜਾਂ ਫਿਰ ਉੱਥੇ ਜੋ ਲੰਗਰ ਦੀ ਤਿਆਰੀ ਹੋ ਰਹੀ ਹੈ ਉਹਦੇ ਬਾਰੇ ਵੀ ਥੋੜਾ ਜਿਹਾ ਤੁਹਾਨੂੰ ਜਿਹੜਾ ਹੈਗਾ ਉਹ ਜਾਣੂ ਕਰਾਇਆ ਜਾਵੇ। ਠੀਕ ਹੈ, ਤੇ ਕਿੰਨਾ ਕੁ ਟਾਈਮ ਲੱਗੇਗਾ ਹਰਪਾਲ ਜੀ ਤੁਹਾਨੂੰ ਸਾਈਟ ਤੇ ਪਹੁੰਚਦੇ ਆ? ਫਿਰ ਉਹ ਸਭ ਨਾਲ ਆਪਾਂ ਗੁਰਦੁਆਰੇ ਮੈਂ ਵਿਦਿਨ 15 ਮਿੰਟ ਪਹੁੰਚ ਜਾਣਾ ਮੈਡਮ। ਚਲੋ ਠੀਕ ਹੈ, ਤੁਸੀਂ ਪਹੁੰਚੋ, ਮੈਸੇਜ ਕਰੋ, ਤਦ ਤੱਕ ਆਪਾਂ ਲਾਈਵ ਬੰਦ ਰੱਖਾਂਗੇ ਤੇ ਉਸ ਟਾਈਮ ਹੀ ਸ਼ੁਰੂ ਕਰਾਂਗੇ ਵਾਪਸ ਆਓ। ਜੀ ਮੈਮ, ਜੀ ਮੈਮ, ਜੀ ਸ਼ੁਕਰੀਆ ਮੈਮ। ਇੱਕ ਵਾਰੀ ਤੁਸੀਂ ਬਾਹਰ ਦਾ ਵੀਊ ਇੱਕ ਵਾਰੀ ਹੋਰ ਦਿਖਾ ਦਿੰਦੇ ਜਾਂਦੇ। ਜੀ ਮੈਡਮ, ਜੀ ਮੈਂ ਦਿਖਾ ਰਿਹਾ ਜੀ। ਸੋ ਜਿਸ ਤਰ੍ਹਾਂ ਜੀ ਸਮਾਂ ਅੱਗੇ ਲੰਘ ਰਿਹਾ ਹੈਗਾ ਤੇ ਇਹ ਗਿਣਤੀ ਜਿਹੜੀ ਹੈਗੀ ਆ ਉਹ ਕਾਫੀ ਜ਼ਿਆਦਾ ਵੱਧ ਰਹੀ ਹੈ, ਤੇ ਬੜੇ ਅੱਛੇ ਢੰਗ ਦੇ ਨਾਲ, ਬੜਾ ਪੀਸਫੁਲ ਢੰਗ ਦੇ ਨਾਲ ਜਿਹੜਾ ਹੈਗਾ ਇਹ ਸਾਰਾ ਚੱਲ ਰਿਹਾ। ਸੋ ਮੈਂ ਤੁਹਾਨੂੰ ਜਿਹੜਾ ਹੈਗਾ ਉਹ ਇੱਕ ਵਾਰ ਫਿਰ ਉਹ ਸਾਈਡ ਦਾ ਸੀਨ ਜਿਹੜਾ ਹੈਗਾ ਉਹ ਦਿਖਾ ਰਿਹਾ ਜੀ। ਸਾਡੀ ਮਜਬੂਰੀ ਸੀ, ਤੁਸੀਂ ਸਾਡੇ ਪੰਜਾਬ ਚ ਆ ਗਏ, ਤੁਹਾਨੂੰ ਆਸ ਸੀ ਕਿ ਪੰਜਾਬ ਦੇ ਵਿੱਚ ਸਾਡੀ ਰੋਟੀ ਚੱਲਦੀ ਆ, ਹਰਿਆਣਾ ਚੱਲਦੀ ਆ, ਪੰਜਾਬ ਚੱਲਦੀ ਆ, ਪਰ ਅਸੀਂ ਇਹਨੇ ਖੇਤੀ ਬਹਿਣ ਵਾਲੇ ਨਹੀਂ, ਮਰਨ ਵਾਲੇ ਨਹੀਂ, ਮਰਾਂਗੇ ਤੇ ਕੋਈ ਸੋਚੋ ਤੂੰ ਨਾਲ ਲੈ ਕੇ ਮਰਾਂਗੇ, ਚਿੰਤਾ ਨਾ ਕਰਿਓ। ਤੇ ਤਾਂ ਉਹਨਾਂ ਨੂੰ ਮੈਂ ਸੱਚ ਕੀਤਾ, ਕਹਿੰਦਾ ਭਾਜੀ ਸਾਡੂ ਵੀ ਨਾਲ, ਮੈਂ ਕਿਹਾ ਧਰਮ ਆਇਆ, ਕੱਲ ਨੂੰ ਹਟ ਜਾਓ, ਜਾ ਕੇ ਸਾਡੇ ਨਾਲ ਬੈਠੋ। ਕਹਿੰਦਾ ਠੀਕ ਆ। ਚਲੋ ਮੈਂ ਇਹ ਦੱਸਦਾ, ਜੋ ਹਾਲਾਤਾਂ ਸਾਡੀ ਇਹ ਸਰਕਾਰਾਂ ਨੇ ਬਣਾ ਦੇਣੀਆਂ, ਸਾਨੂੰ ਆਪਣੇ ਭਵਿੱਖ ਦੀ ਚਿੰਤਾ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਕਮੁੱਠ ਹੋ ਕੇ ਆਪਣੇ ਇਸ ਧਰਨਿਆਂ ਨੂੰ, ਇਸ ਕਾਲੇ ਕਾਨੂੰਨ ਨੂੰ ਹੁਣੇ ਪਹਿਲੇ ਪੁਆਇੰਟ ਤੇ ਰੱਦ ਕਰਾ ਲਈਏ। ਜੀ ਮੈਡਮ, ਕਿ ਜੋ ਸਾਨੂੰ ਧੰਨਵਾਦ ਹਰਪਾਲ ਜੀ, ਬਹੁਤ ਪਹੁੰਚੋ ਤੇ ਆਪਾਂ ਜੀ ਮੈਡਮ, ਮੈਂ ਨੈਕਸਟ ਸਾਈਟ ਤੇ ਪਹੁੰਚ ਕੇ ਫਿਰ ਉੱਥੇ ਦੀ ਅਪਡੇਟ ਤੁਹਾਨੂੰ ਦਿੰਦਾ ਜੀ। ਠੀਕ ਹੈ, ਧੰਨਵਾਦ ਹਰਪਾਲ, ਥੈਂਕ ਯੂ ਸੋ ਮਚ। ਓਕੇ ਮੈਡਮ, ਥੈਂਕ ਯੂ ਜੀ, ਥੈਂਕ ਯੂ। हमें जो प्रसादा जी थल्ले खान लग पे ना पानी है मेरे को खाली दी रोटी पता भी बंदे ने कहना है तो हम दूजे तो सड़ क्या मैं पावे मगर आया भरा भेड़ा भाई रोज में शामिल होने वास्ते शमूलियत की है और खास तौर पर सरदार संजू सिंह जी गद्दियाँ, MLA साहब, सलाहकार, अपने CM साहब
ਉਹਨਾਂ ਨੇ ਉਚੇਚੇ ਤੌਰ ਤੇ ਐਮਐਲਏ ਬਾਅਦ ਵਿੱਚ ਕਿਸਾਨ ਪਹਿਲਾਂ ਇਸ ਰਿਸ਼ਤੇ ਦੇ ਨਾਲ ਇਹਦੇ ਵਿੱਚ ਮਦਦ ਕੀਤੀ ਹੈ ਔਰ ਦਾਸ ਆਪ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਸਭ ਨੂੰ ਪਹਿਲਾਂ ਫਤਿਹ ਬਣਾਉਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਮੇਰਾ ਸਵਾਲ ਹੈ ਸੰਸਕ੍ਰਿਤ ਬਾਅਦ ਵਿੱਚ ਹੈ, ਮੈਂ ਛੋਟੇ ਹੁੰਦਿਆਂ ਹਲਦੀ ਵਾਹਿਆ ਔਰ ਹਲਦੀਆਂ ਫਸਲਾਂ ਵੀ ਉਗਾਈਆਂ। ਮੈਨੂੰ ਪਤਾ ਕਿ ਸੁਭਾਅ ਦੇ ਨਾਲ ਕਿਸਾਨੀ ਕਿੰਨੀ ਮਿਹਨਤ ਦੇ ਨਾਲ ਕੀਤੀ ਜਾਂਦੀ ਆ ਔਰ ਉਹਦੇ ਪੱਲੇ ਵਿੱਚ ਕੀ ਪੈਂਦਾ, ਅਫਗਾਨੇ ਵਿੱਚ ਸਾਨੂੰ ਕੀ ਮਿਲਦਾ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਕਿਵੇਂ ਤੁਸੀਂ ਸਭਾ ਦੀਆਂ ਸਿਰੀਆਂ ਨਿੱਧ ਕੇ ਰਾਤ ਨੂੰ 12 ਵਜੇ ਪਾਣੀ ਲਾਉਂਦੇ ਝੋਨਿਆਂ ਨੂੰ, ਕਦੀ 4 ਵਜੇ ਬਿਜਲੀ ਆਉਂਦੀ ਹੈ, ਕਦੀ 12 ਵਜੇ ਆਉਂਦੀ ਹੈ ਔਰ ਸਾਰੀ ਰਾਤ ਉਹਦੇ ਦਿਨ ਹੁੰਦੇ ਆ ਔਰ ਪਿੰਡਾਂ ਉੱਤੇ ਜਾ ਕੇ ਰਾਤਾਂ ਕੋਰੇ ਦੇ ਵਿੱਚ ਧੂਈਆਂ ਮਾਰ ਕੇ ਕੱਟਦੇ ਹੋ। ਇੰਨੀ ਸਖਤ ਮਿਹਨਤ ਮੇਰਾ ਖਿਆਲ ਹੈ ਕਿ ਕੋਈ ਵੀ ਸੰਸਾਰ ਦਾ ਬੰਦਾ ਜਿਹੜਾ ਉਹ ਨਹੀਂ ਕਰਦਾ ਹੋਵੇਗਾ, ਚਾਹੇ ਉਹ ਦੁਕਾਨਦਾਰ ਹੈ, ਚਾਹੇ ਉਹ ਮੁਲਾਜ਼ਮ ਹੈ। 8 ਘੰਟੇ ਤੋਂ ਬਾਅਦ ਕੋਈ ਕੰਮ ਨਹੀਂ ਕਰਦਾ, ਪਰ ਇੱਕ ਜ਼ਿਮੀਂਦਾਰ ਐਸਾ ਹੈ ਜਿਹੜਾ 12 ਘੰਟੇ